ਨਟ ਮਹੱਲਾ ਪੰਜਵਾਂ। ਹਉ ਵਾਰ ਵਾਰ ਜਾਉ ਗੁਰ ਗੋਪਾਲ ਰਹਾਉ। ਹਉ ਵਾਰ ਵਾਰ ਜਾਉ ਗੁਰ ਗੋਪਾਲ ਰਹਾਉ। ਮੋਹ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਇਆਲ। ਊਠਤ ਬੈਠਤ ਸੋਵਤ ਜਾਗਤ, ਜੀ ਪ੍ਰਾਨ ਧਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ਼ਨ ਨਿਹਾਲ। ਊਠਤ ਬੈਠਤ ਸੋਵਤ ਜਾਗਤ, ਜੀ ਪ੍ਰਾਨ ਧਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ਼ਨ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰਦੇਵ ਦੀ ਅੰਮ੍ਰਿਤਮਈ ਧੁਰ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਪਾਤਸ਼ਾਹ ਨੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਦੀ ਦਾਤ ਬਖਸ਼ ਕੇ ਨਿਵਾਜਿਆ ਹੈ। ਗੁਰਬਾਣੀ ਦੀ ਵਿਚਾਰ ਕੀਤੇ ਬਿਨਾ, ਗੁਰਬਾਣੀ ਦੀ ਵਿਚਾਰ ਸੁਣੇ ਬਿਨਾ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਇਹਦਾ ਗਿਆਨ, ਇਹਦਾ ਬੋਧ ਪ੍ਰਾਪਤ ਨਹੀਂ ਹੁੰਦਾ। ਗੁਰਬਾਣੀ ਗੁਰਸਿੱਖ ਦੀ ਜੀਵਨ ਜਾਚ ਹੈ। ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਵਾਸਤੇ, ਗੁਰਸਿੱਖ ਵਾਸਤੇ ਇਹ ਵਿਹਿਤ ਕਰਮ ਹੈ ਕਿ ਉਹ ਗੁਰਬਾਣੀ ਦੀ ਵਿਚਾਰ ਨਿਤ ਕਰੇ ਤੇ ਸੁਣੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਕਰੀਏ ਪਵਿੱਤਰ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਟ ਮਹੱਲਾ ਪੰਜਵਾਂ। ਹਉ ਵਾਰ ਵਾਰ ਜਾਉ ਗੁਰ ਗੋਪਾਲ। ਨਟ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 980 ਅੰਗ ਤੇ ਸੁਭਾਏਮਾਨ ਹੈ। ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰ ਵਾਰ ਜਾਉ ਗੁਰ ਗੋਪਾਲ। ਮੇਰਾ ਗੁਰੂ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣੇ ਵਾਲਾ, ਇਸ ਕਰਕੇ ਕਿਹਾ ਗੋਪਾਲ। ਗੋ ਨਾਮ ਹੁੰਦਾ ਧਰਤੀ ਦਾ, ਪਾਲ ਨਾਮ ਹੁੰਦਾ ਪਾਲਣ ਵਾਲੇ ਦਾ। ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਵਾਸਤੇ ਉਹਨਾਂ ਦੇ ਜਿਹੜੇ ਅਨੁਯਾਈ ਨੇ,
ਜੋ ਭਗਵਾਨ ਕ੍ਰਿਸ਼ਨ ਨੂੰ ਆਪਣਾ ਇਸ਼ਟ ਸਮਝਦੇ ਨੇ, ਉਹ ਗੋਪਾਲ ਸ਼ਬਦ ਭਗਵਾਨ ਕ੍ਰਿਸ਼ਨ ਜੀ ਵਾਸਤੇ ਵੀ ਵਰਤਦੇ ਹਨ। ਉਹਦਾ ਕਾਰਨ ਹੈ ਕਿ ਜਦੋਂ ਬ੍ਰਿੰਦਾਵਨ ਵਿੱਚ ਭਗਵਾਨ ਕ੍ਰਿਸ਼ਨ ਜੀ ਗੁਜਰਾਂ ਦੇ ਘਰ ਵਿੱਚ ਜਦੋਂ ਉਹਨਾਂ ਦੀ ਪਰਵਰਿਸ਼ ਹੋਈ ਹੈ, ਕਿਉਂਕਿ ਜਨਮ ਤਾਂ ਰਾਜੇ ਦੇ ਘਰ 'ਚ ਸੀ, ਪਰਵਰਿਸ਼ ਜਿਹੜੀ ਹੈ ਉਹ ਗਵਾਲਿਆਂ ਦੇ ਘਰ ਵਿੱਚ ਹੋਈ। ਉਹ ਗਵਾਲੇ ਗਊਆਂ ਰੱਖਦੇ ਸਨ, ਦੁੱਧ ਦਾ ਵਪਾਰ ਸੀ, ਗੁੱਜਰ ਸਨ। ਉਹਨਾਂ ਦੇ ਪਰਿਵਾਰ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਪਰਵਰਿਸ਼ ਹੋਣ ਕਰਕੇ ਬਚਪਨ ਦੀ ਅਵਸਥਾ 'ਚ ਭਗਵਾਨ ਕ੍ਰਿਸ਼ਨ ਜੀ ਗਾਵਾਂ ਚਾਰਦੇ ਸਨ। ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਕ੍ਰਿਸ਼ਨ ਅਵਤਾਰ 'ਚ ਇਹਦਾ ਸਾਰਾ ਵੇਰਵਾ ਦਿੱਤਾ ਹੈ ਕਿ ਜਦੋਂ ਗਊਆਂ ਚਾਰਨ ਜਾਂਦੇ ਬਾਂਸਰੀ ਵਜਾਉਂਦੇ ਤੇ ਬਾਂਸਰੀ ਦੀ ਮਿੱਠੀ ਤੇ ਮਧੁਰ ਆਵਾਜ਼ ਵਿੱਚ ਗਊਆਂ ਸਾਰੀਆਂ ਇੱਕ ਜਗ੍ਹਾ ਤੇ ਆਣ ਕੇ ਇਕੱਤਰ ਹੋ ਜਾਂਦੀਆਂ ਸਨ। ਤੋ ਗਊਆਂ ਚਾਰਨ ਤੋਂ ਭਗਵਾਨ ਕ੍ਰਿਸ਼ਨ ਜੀ ਦਾ ਨਾਮ ਪਿਆ ਗੋਪਾਲ। ਗੋ ਨਾਮ ਗਊਆਂ ਦਾ ਹੈ, ਪਾਲ ਨਾਮ ਪਾਲਣੇ ਵਾਲੇ ਦਾ ਹੈ। ਪਰ ਜਦੋਂ ਸਤਿਗੁਰੂ ਜੀ ਗੋਪਾਲ ਸ਼ਬਦ ਦੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਦੇ ਨੇ ਤੇ ਇੱਥੇ ਗੋਪਾਲ ਭਗਵਾਨ ਕ੍ਰਿਸ਼ਨ ਜੀ ਦਾ ਵਾਚਕ ਨਹੀਂ ਹੈ। ਇੱਥੇ ਇਹ ਗੋਪਾਲ ਸ਼ਬਦ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਵਾਚਕ ਹੈ। ਗੋ ਨਾਮ ਸੰਸਾਰ ਦੇ ਸਮਸਤ ਜੀਵਾਂ ਦਾ ਹੈ, ਪਾਲ ਨਾਮ ਪਾਲਣੇ ਵਾਲੇ ਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਦਾ, ਉਹਨੂੰ ਕਹਿੰਦੇ ਨੇ ਗੋਪਾਲ। ਸੰਸਕ੍ਰਿਤ ਵਿੱਚ ਗੋ ਨਾਮ ਇੰਦਰੀਆਂ ਨੂੰ ਵੀ ਕਹਿੰਦੇ ਨੇ, ਜਿਹੜੀਆਂ ਸਾਡੀਆਂ ਇੰਦਰੀਆਂ ਨੇ, 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ। ਇਹਨਾਂ ਇੰਦਰੀਆਂ ਨੂੰ ਕਹਿੰਦੇ ਨੇ ਗੋ। ਜਿਹੜਾ ਸਾਡੇ ਇਹਨਾਂ ਇੰਦਰੀਆਂ ਦੀ ਪਾਲਣਾ ਕਰੇ, ਕਿਉਂਕਿ ਅੱਖਾਂ ਆਪਣੇ ਆਪ ਨਹੀਂ ਵੇਖ ਸਕਦੀਆਂ, ਕੰਨ ਆਪਣੇ ਆਪ ਨਹੀਂ ਸੁਣ ਸਕਦੇ। ਇਹਨਾਂ ਵਿੱਚ ਜਿਸ ਪਰਮਾਤਮਾ ਦੀ ਚੇਤਨਾ, ਜਿਸ ਦੀ ਚੇਤਨਾ ਕਰਕੇ ਇਹ ਇੰਦਰੀਆਂ ਕੰਮ ਕਰਦੀਆਂ ਨੇ, ਉਹਨੂੰ ਕਹਿੰਦੇ ਨੇ ਗੋਪਾਲ। ਫਿਰ ਗੋ ਨਾਮ ਬਾਣੀ ਦਾ ਵੀ ਆ। ਅਸੀਂ ਬੋਲਦੇ ਆ, ਗੱਲਾਂ ਬਾਤਾਂ ਕਰਦੇ ਆ ਨਾ, ਤੇ ਸਾਡੀ ਜ਼ੁਬਾਨ ਤੋਂ ਬੋਲੀ ਗਈ ਬਾਣੀ ਨੂੰ ਕਹਿੰਦੇ ਨੇ ਗੋ। ਮੁਰਦਾ ਤਾਂ ਨਹੀਂ ਬੋਲ ਸਕਦਾ ਕਿਉਂਕਿ ਉਹਦੇ 'ਚ ਚੇਤਨਾ ਨਹੀਂ ਹੈ। ਸਾਡੀ ਬਾਣੀ ਨੂੰ ਜਿਹੜਾ ਚੇਤਨਾ ਦੇ ਕੇ ਪਾਲਣੇ ਵਾਲਾ, ਜਿਸ ਦੇ ਆਸ਼ਰਿਤ ਹੋ ਕੇ ਅਸੀਂ ਬੋਲਦੇ ਹਾਂ, ਉਹਨੂੰ ਕਹਿੰਦੇ ਨੇ ਗੋਪਾਲ। ਐਸੇ ਗੋਪਾਲ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਤੱਖ ਰੂਪ ਨੇ ਗੁਰੂਦੇਵ, ਗੁਰ ਗੋਪਾਲ। ਪ੍ਰਤੱਖ ਗੁਰੂ ਸਾਹਿਬ ਜੀ ਐਸੇ ਅਕਾਲ ਪੁਰਖ ਦਾ ਹੀ ਪ੍ਰਤੱਖ ਰੂਪ ਨੇ। ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਜੋਤੀ ਸਰੂਪ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ। ਸੋ ਐਸੇ ਗੁਰੂ ਗੋਪਾਲ ਤੋਂ ਮੈਂ ਵਾਰੇ ਵਾਰੇ ਜਾਵਾਂ, ਹਉ ਵਾਰ ਵਾਰ ਜਾਉ, ਮੈਂ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ। ਸਤਿਗੁਰਾਂ ਨੂੰ ਨਮਸਕਾਰ ਕਰਕੇ ਸੰਗਤ ਨਮਸਕਾਰ ਕਰ ਵੀ ਰਹੀ ਹੈ, ਨਮਸਕਾਰ ਕਰਕੇ ਆਪ ਜੀ ਗੁਰੂ ਚਰਨਾਂ 'ਚ ਬੈਠੇ ਵੀ ਹੋ। ਨਮਸਕਾਰ ਕਰਕੇ ਜਦੋਂ ਤੁਸੀਂ ਸਤਿਗੁਰਾਂ ਦੀ ਪਰਿਕਰਮਾ ਕੀਤੀ ਹੈ ਨਾ, ਇਹ ਪਰਿਕਰਮਾ ਦਾ ਮਤਲਬ ਇਹੀ ਹੈ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਵਾਂ। ਪਰਿਕਰਮਾ ਦਾ ਮਤਲਬ ਹੀ ਇਹ ਹੈ, ਕਿਉਂਕਿ ਪਰਿਕਰਮਾ ਕੁਝ ਨਾ ਕੁਝ ਤਾਂ ਮਾਇਨੇ ਰੱਖਦੀ ਹੈ ਨਾ, ਇਹਦਾ ਕੋਈ ਸੰਦਰਭ ਹੈ। ਤੋ ਪਰਿਕਰਮਾ ਦਾ ਸੰਦਰਭ ਇਹ ਹੈ ਕਿ ਜਦੋਂ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਮਹਾਰਾਜ ਜੀ ਦੀ ਪਰਿਕਰਮਾ ਕਰਦੇ ਆ ਤੇ ਗੁਰਸਿੱਖ ਅੰਦਰ ਇਹ ਭਾਵਨਾ ਹੁੰਦੀ ਹੈ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ। ਮਹਾਰਾਜ ਜੀ ਤੁਹਾਡੇ ਤੋਂ ਵਾਰੇ ਵਾਰੇ ਜਾਈਏ, ਬਲਿਹਾਰ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਬਲਿਹਾਰੀ ਗੁਰ ਆਪਣਾ ਦਿਹਾੜੀ ਸਦ ਵਾਰ। ਮਹਾਰਾਜ ਜੀ ਤੁਹਾਡੇ ਤੋਂ ਸਦਾ ਲਈ ਬਲਿਹਾਰ ਜਾਈਏ, ਕੁਰਬਾਨ ਜਾਈਏ। ਐਸੇ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਭੁੱਲਿਆ ਹੋਇਆਂ ਨੂੰ ਮਾਰਗ ਤੇ ਪਾਇਆ ਹੈ। ਐਸੇ ਸਤਿਗੁਰੂ ਜਿਨ੍ਹਾਂ ਸਾਨੂੰ ਗਰੀਬਾਂ ਨਿਮਾਣਿਆਂ ਨੂੰ ਮਾਣ ਪ੍ਰਦਾਨ ਕੀਤਾ ਹੈ। ਸਿਰ ਤੇ ਹੱਥ ਧਰ ਕੇ ਆਖਿਆ ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ। ਯਾਦ ਕਰੈ ਹਮਰੀ ਗੁਰਿਆਈ,
ਆਪਣੇ ਐਸੇ ਗੁਰੂ ਬਾਜਾਂ ਵਾਲੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵਾਰੇ-ਵਾਰੇ ਜਾਈਏ, ਜਿਨ੍ਹਾਂ ਨੇ ਸਾਨੂੰ ਨਿਮਾਣਿਆਂ ਗਰੀਬਾਂ ਨੂੰ ਮਾਣ ਦੇ ਕੇ ਨਿਵਾਜਿਆ। ਐਸੇ ਗੁਰੂ ਤੋਂ ਵਾਰੇ ਜਾਈਏ, ਗੁਰੂ ਤੋਂ ਬਲਿਹਾਰ ਜਾਈਏ, ਜਿਸ ਗੁਰੂ ਨੇ ਸਾਨੂੰ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਬਖਸ਼ ਦਿੱਤੇ ਹਨ। ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਈਏ, ਐਸੇ ਗੁਰੂ ਤੋਂ ਵਾਰੇ-ਵਾਰੇ ਜਾਈਏ। ਹਉ ਵਾਰ-ਵਾਰ ਜਾਓ ਗੁਰ ਗੋਪਾਲ। ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਗੁਰਸਿੱਖ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਹੈ। ਜਦੋਂ ਉਹਨਾਂ ਦਾਤਾਂ ਨੂੰ ਵੇਖਦਾ ਤੇ ਦਾਤੇ ਤੋਂ ਵਾਰੇ-ਵਾਰੇ ਜਾਂਦਾ, ਦਾਤਿਆ ਤੇਰੇ ਤੋਂ ਬਲਿਹਾਰ ਜਾਵਾਂ, ਤੈਂ ਇਹ ਦਾਤ ਦੇ ਕੇ ਨਿਵਾਜਿਆ ਹੈ, ਸ਼ੁਕਰ ਹੈ ਦਾਤਿਆ ਤੇਰਾ। ਆਪਣੇ ਸਤਿਗੁਰਾਂ ਤੋਂ ਵਾਰੇ-ਵਾਰੇ ਜਾਈਏ, ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਈਏ। ਮੋਹ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਇਆਲ। ਮਹਾਰਾਜ ਜੀ ਮੈਂ ਨਿਰਗੁਣ ਆਰਾ ਹਾਂ, ਮੇਰੇ ਚ ਕੋਈ ਵੀ ਗੁਣ ਨਹੀਂ। ਮੋਹ ਨਿਰਗੁਣ, ਮਹਾਰਾਜ ਮੈਂ ਨਿਰਗੁਣ ਆਰਾ, ਮੇਰੇ ਚ ਕੋਈ ਗੁਣ ਨਹੀਂ। ਸਭ ਔਗਣ ਮੇਰੇ ਵਿੱਚ ਹਨ। ਤੂੰ ਗੁਣਾਂ ਦਾ ਦਾਤਾ ਹੈ ਤੇ ਗੁਣਾਂ ਦਾ ਅਥਾਹ ਸਮੁੰਦਰ ਹੈ। ਮੇਰੇ ਚ ਸਾਰੇ ਹੀ ਔਗਣ ਨੇ, ਮੈਂ ਨਿਰਗੁਣ ਆਰਾ ਹਾਂ, ਕੋਈ ਵੀ ਗੁਣ ਨਹੀਂ। ਮੋਹਿ ਨਿਰਗੁਣ ਤੁਮ ਪੂਰਨ ਦਾਤੇ। ਮਹਾਰਾਜ ਜੀ ਤੁਸੀਂ ਸੰਪੂਰਨ ਹੋ, ਦਾਤਾਂ ਦੇ ਕੇ ਨਿਵਾਜਣ ਵਾਲੇ ਹੋ। ਦੀਨਾ ਨਾਥ ਦਇਆਲ, ਦੀਨਾਂ ਦੇ ਨਾਥ ਹੋ। ਦੀਨ ਕਹਿੰਦੇ ਆ ਨਿਮਾਣੇ ਨੂੰ, ਦੀਨ ਕਹਿੰਦੇ ਆ ਗਰੀਬ ਨੂੰ। ਮਹਾਰਾਜ ਜੀ ਤੁਸੀਂ ਦੀਨਾਂ ਦੇ ਨਾਥ ਹੋ, ਸੁਆਮੀ ਹੋ, ਮਾਲਕ ਹੋ, ਔਰ ਦਇਆਲ, ਦਇਆ ਦਾ ਆਲਿਆ ਹੋ, ਦਇਆ ਦਾ ਘਰ ਹੋ। ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆ, ਨਿਰਗੁਣ ਆਰੇ ਹਾਂ। ਉਠਤ ਬੈਠਤ ਸੋਵਤ ਜਾਗਤ, ਜੀ ਪ੍ਰਾਨ ਧਨ ਮਾਲ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਵਾਹਿਗੁਰੂ ਜੀ ਅਸੀਂ ਤੁਹਾਨੂੰ ਚੇਤਦੇ ਹਾਂ। ਮਹਾਰਾਜ ਜੀ ਤੁਸੀਂ ਸਾਡਾ ਜੀ ਕਹੀਏ, ਪ੍ਰਾਣ ਵੀ ਹੋ, ਸਾਡੀ ਜਿੰਦ ਵੀ ਹੋ। ਮਹਾਰਾਜ ਮੇਰਾ ਸੰਪੂਰਨ ਧਨ ਮਾਲ ਸੰਪਦਾ ਸਭ ਕੁਝ ਤੁਸੀਂ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਮੇਰੇ ਵਾਸਤੇ ਤੁਸੀਂ ਹੀ ਮੇਰਾ ਧਨ ਹੋ, ਮੇਰੇ ਵਾਸਤੇ ਮਾਲ। ਮਾਲ ਦਾ ਮਤਲਬ ਹੁੰਦਾ ਆ ਜਿਹੜੀਆਂ ਜਾਇਦਾਦਾਂ ਹੁੰਦੀਆਂ ਇਹਨਾਂ ਨੂੰ ਮਾਲ ਕਹਿ ਦਿੰਦੇ ਹਨ, ਜ਼ਮੀਨਾਂ ਜਾਇਦਾਦਾਂ। ਮਹਾਰਾਜ ਜੀ ਮੇਰੇ ਵਾਸਤੇ ਮੇਰਾ ਮਾਲ ਧਨ ਵੀ ਤੁਸੀਂ ਹੋ ਮਹਾਰਾਜ, ਤੇ ਮੇਰੇ ਪ੍ਰਾਣ ਵੀ ਤੁਸੀਂ ਹੋ, ਮੇਰਾ ਧਨ ਵੀ ਤੁਸੀਂ ਹੋ, ਮੇਰੀ ਜਿੰਦ ਵੀ ਤੁਸੀਂ ਹੋ। ਮੇਰੇ ਅੰਦਰ ਜਿਹੜੀ ਜੀਵਨ ਸੱਤਾ ਰੌਂ ਚੱਲ ਰਹੀ ਹੈ, ਹੇ ਪ੍ਰਭੂ ਜੀ ਇਹ ਤੁਹਾਡੀ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਅੱਠੇ ਪਹਿਰ ਮੈਂ ਤੁਹਾਨੂੰ ਚੇਤਦਾ ਤੇ ਅਰਾਧਦਾ ਹਾਂ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ਼ਨ ਨਿਹਾਲ। ਹੇ ਵਾਹਿਗੁਰੂ ਜੀ ਤੁਹਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਭਾਰੀ ਪਿਆਸ ਮੇਰੇ ਮਨ ਵਿੱਚ ਹੈ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ। ਨਾਨਕ ਦਰਸ ਨਿਹਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਹੇ ਪ੍ਰਭੂ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਨਿਹਾਲ ਹੋਣ ਦਾ ਮਤਲਬ ਕੀ ਹੁੰਦਾ? ਵੀ ਜਦੋਂ ਕੋਈ ਕਾਮਨਾ ਨਾ ਰਹੇ ਉਹਨੂੰ ਕਹਿੰਦੇ ਨੇ ਨਿਹਾਲ ਹੋ ਜਾਣਾ। ਜਦੋਂ ਕੋਈ ਇੱਛਾ ਕੋਈ ਖਵਾਹਿਸ਼ ਹਿਰਦੇ ਵਿੱਚ ਨਾ ਰਹੇ ਉਹਨੂੰ ਕਹਿੰਦੇ ਨੇ ਨਿਹਾਲ ਹੋਣਾ। ਗੁਰਸਿੱਖ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ। ਘਰੋਂ ਟੁਰਨ ਵੇਲੇ ਸੋਚਦਾ ਵੀ ਆਹ ਮੰਗਾਂਗੇ ਮਹਾਰਾਜ ਜੀ ਕੋਲੋਂ, ਇਹ ਕਾਮਨਾ ਕਰਾਂਗੇ। ਦਰਸ਼ਨ ਕਰਦਿਆਂ ਗੁਰਸਿੱਖ ਗੁਰੂ ਦੇ ਪ੍ਰੇਮ ਚ ਭਿੱਜਾ ਸਭ ਕੁਝ ਭੁੱਲ ਜਾਂਦਾ, ਕੋਈ ਇੱਛਾ ਰਹਿ ਹੀ ਨਹੀਂ ਜਾਂਦੀ। ਮਹਾਰਾਜ ਨਿਹਾਲ ਹੋ ਗਏ, ਦਰਸ਼ਨ ਕਰਕੇ ਨਿਹਾਲ ਹੋ ਗਏ। ਤੇ ਜੇ ਹਾਲੇ ਮੰਗਾਂ ਬਣੀਆਂ ਹੋਈਆਂ ਨੇ ਫਿਰ ਅਸੀਂ ਨਿਹਾਲ ਨਹੀਂ ਹੋਏ। ਨਿਹਾਲ ਉਸ ਦਿਨ ਹੋਵਾਂਗੇ ਜਦੋਂ ਕੋਈ ਮੰਗ ਰਹੇ ਹੀ ਨਾ, ਕੋਈ ਕਾਮਨਾ ਕੋਈ ਖਵਾਹਿਸ਼ ਕੋਈ ਇੱਛਾ ਰਹੇ ਹੀ ਨਾ। ਉਹਨੂੰ ਕਹਿੰਦੇ ਆ ਨਿਹਾਲ ਹੋ ਜਾਣਾ। ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋ ਜਾਣਾ। ਭਈ ਗਲਤਾਨ ਹਾਲ, ਨਿਹਾਲ ਨਿਹਾਲ ਨਿਹਾਲ।
महाराज तुहाडे दर्शन करके इहो जी निहाल हुई, मन करके भी, वचन करके भी, कर्म करके भी निहाल हो गए महाराज। हुण कोई कामना, कोई इच्छा, कोई ख्वाहिश रही नहीं। बाबा बुढ़ा साहब जी नूं पुछदे महाराज, बाबा बुढ़ा साहब जी कोई दसो कामना। महाराज जिस दिन गुरु नानक साहब ने सिर ते हथ धर के आखिया सी, बालक तुमरी बैस दिसावत, बुढ़े सममुख वाक अलावत, कि बुढ़िया उम्र तां तेरी बालकां वर्गी है, गल्लां तां बुढ़ियां वालियां करदा है, तेरियां अखां तो ओले ना होसां। महाराज उस दिन तो बाद फिर कोई कामना, कोई इच्छा रही नहीं। ਇਹਨੂੰ ਕਹਿੰਦੇ ਆ ਨਿਹਾਲ ਹੋ ਜਾਣਾ, ਨਿਹਾਲ ਹੋ ਜਾਣਾ। ਤੇ ਜੇ ਭਾਈ ਮੰਝ ਖੂਹ 'ਚ ਡਿੱਗਾ ਤੇ ਸਤਿਗੁਰੂ ਬਾਹਰ ਕੱਢਦੇ ਆ ਪੰਜਵੇਂ ਪਾਤਸ਼ਾਹ, ਆਖਦੇ ਆ ਮੰਗ ਭਾਈ ਮੰਝ ਕੀ ਚਾਹੀਦਾ, ਤੇ ਭਾਈ ਮੰਝ ਇਹੋ ਜਿਹਾ ਨਿਹਾਲ ਹੋਇਆ। ਇਹ ਨਹੀਂ ਕਹਿੰਦਾ ਮਹਾਰਾਜ ਮੈਨੂੰ ਕੋਈ ਇੱਛਾ ਹੈ, ਮੇਰੀ ਕੋਈ ਕਾਮਨਾ ਹੈ, ਸਗੋਂ ਸੰਗਤ ਵਾਸਤੇ ਮੰਗਦਿਆਂ ਕਹਿੰਦੇ ਮਹਾਰਾਜ ਗੁਰਸਿੱਖਾਂ ਤੇ ਏਡੀ ਵੱਡੀ ਕਸਵੱਟੀ ਨਾ ਲਾਇਓ, ਉਹਨਾਂ ਕੋਲੋਂ ਚੱਲੀ ਨਹੀਂ ਜਾਣੀ। कली काल दा समय अपने वास्ते नहीं मंगया, क्योंकि आप निहाल हो गए। ते पंजवें पातशाह भी कहते भाई मंझ तू सिक्खी दा जहाज बन गया। मंझ गुरु का बोझ था, मंझ जग लंघन हारा, जहाज हो गया तू गुरु दा। सो इनू कहते निहाल हो जाना। लड़ीवार कथा श्री गुरु ग्रंथ साहिब जी दे पावन पवित्र स्वरूप दी आप जी सरवण कर रहे हो। राग बिलावल च भगत बाणी कबीर जी महाराज जी दे शब्द चल रहे ने। कबीर जी महाराज जी दा अखीरला शब्द है, उस तो अगे महाराज भगत नामदेव जी दी बाणी प्रारंभ हुंदी है। सरवण करन तो पहला महापुरुषां भगतां दा ध्यान हिरदे च बसा के रसना नूं पवित्र करदे आखीए जी सतनाम श्री वाहिगुरु साहिब जी। बिलावल चरण कमल जाके हृदय बसै, सो जन क्यों डोले देव। राग बिलावल है। महाराज भगत कबीर जी ये बचन उचारदे हैं। चरण कमल जाकै हृदय बसै, जिस दे हृदय विच पार ब्रह्म परमेश्वर दे सोहणे जे चरण कमल वसदे हन। गुरु नानक साहब दे घर विच पातशाह दे बगीचे च बहु प्रकार दे फुल खिड़े। असीं आपो विच वंडियां पा के एक दूजे प्रति वितकरे बना लए ने, पर जिन्ने खिड़े फुल ने गुरु नानक साहब दे बगीचे दे फुल। जितनियां संप्रदावां ने सब गुरु नानक साहब जी दियां हैं। मूल गुरु नानक साहब ही ने, बाकी सब टहणियां शाखावां। चाहे वह दमदमी टकसाल है, निहंग सिंह दियां जथेबंदियां ने, उदासीन ने, निर्मल संप्रदाय ने, मिशनरी कॉलेज ने, जितने भी ने सब महाराज जी दे ही ने। जे किसी की भावना शुद्ध है, मलन नहीं, तो वह सब सतगुरां दे ने। किसी की भावना मलन होवे तां गल वखरी है, मनसा माड़ी होवे तां। सतगुरु जी दे बगीचे दे फुल्लां विचों एक गुरमुख प्यारे महापुरुष भाई साहब भाई रणधीर सिंह जी होए, जिन्हां तो एक जथा चलिया। उस जथे का नाम है अखंड कीर्तनी जथा। उस जथे की परंपरा केवल कीर्तन परंपरा है। कीर्तन करना गुरबाणी का रहन सवाइयां विच। भाई साहब भाई रणधीर सिंह जी ने वड्डी कालना काली तप की मूर्त होके
ਜਦੋਂ ਉਹਨਾਂ ਦੀਆਂ ਲਿਖੀਆਂ ਜੇਲ੍ਹ ਚਿੱਠੀਆਂ ਪੜ੍ਹੀਏ ਪਤਾ ਲੱਗਦਾ ਕੈਸੀ ਕਰੜੀ ਸਾਧਨਾ ਸੀ ਉਹਨਾਂ ਦੀ। ਉਹਨਾਂ ਨੇ ਬਹੁਤ ਸੋਹਣੀਆਂ ਪੁਸਤਕਾਂ ਲਿਖੀਆਂ, ਉਹ ਪੜ੍ਹਨ ਯੋਗ ਨੇ। ਕੁਝ ਗੁਰਸਿੱਖਾਂ ਦਾ ਜੀਵਨ ਲਿਖਿਆ, ਉਸ ਜੀਵਨੀ ਦਾ ਨਾਮ ਹੈ ਰੰਗਲੇ ਸੱਜਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ 'ਚ ਇੱਕ ਪੁਸਤਕ ਲਿਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ। ਇਹਦੇ ਬਾਰੇ ਬੜੀਆਂ ਸੋਹਣੀਆਂ ਵਿਚਾਰਾਂ। ਫਿਰ ਇੱਕ ਉਹਨਾਂ ਨੇ ਪੁਸਤਕ ਲਿਖੀ ਹੈ ਚਰਨ ਕਮਲ ਕੀ ਮੌਜ। ਇੱਥੇ ਚਰਨਾਂ ਦੀ ਗੱਲ ਆਈ ਹੈ ਨਾ, ਇਸ ਕਰਕੇ ਮੈਂ ਇਸ ਪੁਸਤਕ ਦਾ ਜ਼ਿਕਰ ਕਰ ਰਿਹਾ। ਚਰਨ ਕਮਲ ਕੀ ਮੌਜ, ਬੜੇ ਸੋਹਣੀ ਪੁਸਤਕ ਲਿਖੀ ਭਾਈ ਸਾਹਿਬ ਹੋਣਾ ਨੇ। ਉਹ ਕਹਿੰਦੇ ਜੇ ਪ੍ਰਮਾਤਮਾ ਦਾ ਕੋਈ ਰੂਪ ਰੰਗ ਚਿਹਨ ਵਰਣ ਹੀ ਨਹੀਂ ਤਾਂ ਫਿਰ ਉਹਦੇ ਚਰਨ ਕਿਹੜੇ ਹਨ? ਜੇ ਉਹਦਾ ਕੋਈ ਰੂਪ ਰੰਗ ਚਿਹਨ ਵਰਣ ਹੈ ਹੀ ਨਹੀਂ, ਨਿਰਾਕਾਰ ਹੈ, ਤੇ ਨਿਰਾਕਾਰ ਸਰੂਪ ਵਿੱਚ ਚਰਨ ਕਿਹੜੇ ਹੋ ਸਕਦੇ? ਗੁਰੂ ਨਾਨਕ ਸਾਹਿਬ ਪ੍ਰਮਾਤਮਾ ਦਾ ਪ੍ਰਤੱਖ ਰੂਪ ਨੇ, ਉਹ ਸਰੀਰ ਵਿੱਚ ਵੀ ਨੇ, ਉਹਨਾਂ ਦੇ ਚਰਨ ਵੀ ਨੇ, ਪਰ ਅਸੀਂ ਉਹਨਾਂ ਦੇ ਚਰਨਾਂ ਦੇ ਦਰਸ਼ਨ ਨਹੀਂ ਕੀਤੇ, ਕਿਵੇਂ ਧਿਆਨ ਧਾਰਾਂਗੇ? ਨਿਰਾਕਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਹੈ ਹੀ ਨਹੀਂ। ਫਿਰ ਇੱਥੇ ਕਿਹੜੇ ਚਰਨ ਕਮਲ ਨੇ ਜਿਹੜੇ ਹਿਰਦੇ 'ਚ ਵਸਾਈਏ? ਤਾਂ ਉਹ ਬੜੇ ਸੋਹਣੇ ਬਚਨ ਲਿਖਦੇ, ਕਹਿੰਦੇ ਅਕਾਲ ਪੁਰਖ ਪਰਮੇਸ਼ਰ ਨਿਰਾਕਾਰ ਹੈ, ਉਹਦੇ ਚਰਨ ਉਹਦਾ ਅੰਮ੍ਰਿਤ ਨਾਮ ਹੈ। ਚਿਤ ਚਰਨ ਨਾਮ, ਪਰਮੇਸ਼ਰ ਦਾ ਨਾਮ ਹੀ ਪਰਮੇਸ਼ਰ ਦੇ ਚਰਨ ਕਮਲ ਨੇ। ਤੋ ਐਸੇ ਜਿਹੜੇ ਚਰਨ ਕਮਲ ਨੇ, ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ, ਜਿਨ੍ਹਾਂ ਦੇ ਹਿਰਦਿਆਂ 'ਚ ਵਸ ਜਾਂਦੇ ਆ, ਕਬੀਰ ਜੀ ਮਹਾਰਾਜ ਜੀ ਕਹਿੰਦੇ ਚਰਨ ਕਮਲ ਜਾ ਕੈ ਹਿਰਦੈ ਬਸ ਹੈ। ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਜਿਨ੍ਹਾਂ ਦੇ ਹਿਰਦਿਆਂ 'ਚ ਵਸ ਜਾਣ, ਸੋ ਜਨ ਕਿਉ ਡੋਲੈ ਦੇਵ। ਉਹ ਜਨ, ਹੇ ਭਾਈ, ਕਿਉਂ ਡੋਲੇ? ਫਿਰ ਉਹ ਡੋਲਦਾ ਨਹੀਂ ਜਿਹਦੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਵਸ ਜਾਂਦੇ ਹਨ। ਉਹ ਡੋਲਦਾ ਨਹੀਂ, ਉਹ ਅਡੋਲ ਹੋ ਜਾਂਦਾ। ਚਰਨ ਕਮਲ ਜਾ ਕਾ ਮਨ ਰਾਪੈ, ਜਿਸ ਦਾ ਮਨ ਪਰਮੇਸ਼ਰ ਦੇ ਚਰਨ ਕਮਲਾਂ ਦੇ ਰੰਗ ਵਿੱਚ ਰੰਗਿਆ ਜਾਏ, ਭਾਈ ਫਿਰ ਉਹ ਡੋਲਦਾ ਨਹੀਂ। ਸੋਗ ਅਗਨ ਤਿਸ ਜਨ ਨਹਿ ਵਿਆਪੈ, ਉਹ ਫਿਰ ਡੋਲਦਾ ਨਹੀਂ, ਅਡੋਲ ਹੋ ਜਾਂਦਾ, ਜਿਸ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲ ਵਸਦੇ ਹਨ। ਮਾਨੋ ਸਭ ਸੁਖ ਨੋ ਨਿਦ ਪਾਵੈ, ਸਹਿਜ ਜਹਸ ਜਸ ਬੋਲੇ ਦੇਵ। ਫਿਰ ਮਹਾਰਾਜ ਕਬੀਰ ਜੀ ਫਰਮਾਉਂਦੇ ਐ, ਮਾਨੋ ਸਭ ਸੁਖ ਨੌ ਨਿਧ ਤਾਕੈ, ਸਹਿਜ ਸਹਿਜ ਜਸ ਬੋਲੇ ਦੇਵ। ਕਹਿੰਦੇ ਭਾਈ ਇਹ ਗੱਲ ਮੰਨ ਲਓ ਤੁਸੀਂ, ਮੇਰੀ ਹਿਰਦੇ ਜੋ ਮੈਂ ਕਹਿਣ ਲੱਗਾ ਇਹ ਮੰਨ ਲਿਓ, ਇਹਦੇ 'ਚ ਤੁਹਾਡਾ ਲਾਭ ਹੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਮੰਨ ਲਿਓ, ਮੰਨ ਲਿਓ ਇਹ ਗੱਲ ਨੂੰ। ਪੁੱਛਿਆ ਜੀ ਕਿਹੜੀ ਗੱਲ? ਕਹਿੰਦੇ ਭਾਈ ਸਹਿਜੇ ਸਹਿਜੇ ਸ਼ਾਂਤੀ ਤੇ ਟਿਕਾ ਵਿੱਚ ਟਿਕ ਕੇ ਜਦੋਂ ਤੁਸੀਂ ਸੁਤੇ ਸਿੱਧ ਪਰਮੇਸ਼ਰ ਦੀ ਬਾਣੀ ਬੋਲੋਗੇ, ਉਹਦਾ ਜਸ ਆਪਣੀ ਰਸਨਾ ਤੋਂ ਬੋਲੋਗੇ, ਉਹਦੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਬੋਲੋਗੇ, ਤਾਂ ਤੁਹਾਨੂੰ ਸਾਰੇ ਸੁੱਖ ਤੇ ਨੌ ਨਿਧਾਂ ਦੀ ਪ੍ਰਾਪਤੀ ਹੋ ਜਾਵੇਗੀ। ਇਹ ਗੱਲ ਮੰਨ ਲਓ ਤੁਸੀਂ, ਇਸੇ ਤਰ੍ਹਾਂ ਹੀ ਹੋਵੇਗੀ। ਆਖੋ ਸਤਿਨਾਮ ਸੇ। ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਇਹ ਗੱਲ ਮੰਨ ਕੇ ਤਾਂ ਵੇਖ, ਤੂੰ ਵੇਖ ਫਿਰ ਕੀ ਹੁੰਦਾ। ਕਬੀਰ ਜੀ ਮਹਾਰਾਜ ਜੀ ਕਹਿੰਦੇ ਮੰਨੋ ਤਾਂ ਸਹੀ ਇਹ ਬਚਨ, ਤੁਸੀਂ ਆਪਣੇ ਮਾਲਕ ਦਾ ਜਸ ਕਰੋ, ਆਪਣੇ ਮਾਲਕ ਦੀਆਂ ਸਿਫਤਾਂ ਕਰੋ, ਉਹਦੀਆਂ ਸਿਫਤਾਂ ਕਰਕੇ ਤੁਹਾਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਸਭ ਸੁੱਖ ਨੌ ਨਿਧ, ਸਾਰੀ ਸੁੱਖ ਤੇ ਨੌ ਨਿਧਾਂ ਦੀ ਪ੍ਰਾਪਤੀ ਤੁਹਾਨੂੰ ਹੋਵੇਗੀ।
ਜਦੋਂ ਤੁਸੀਂ ਆਪਣੀ ਰਸਨਾ ਤੋਂ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਜਸ ਅਡੋਲ ਅਵਸਥਾ 'ਚ ਟਿਕ ਕੇ ਗਾਵੋਗੇ। ਰਹਾਉ ਤਬ ਮਤ ਜੋ ਸਭ ਮੈਂ ਪੇਖੈ, ਕੁਸਲ ਗਾਂਠ ਜਬ ਖੁੱਲੈ ਦੇਵ। ਕਹਿਣ ਲੱਗੇ ਭਾਈ, ਜਦੋਂ ਤੇਰੇ ਅੰਦਰ ਜਿਹੜੀ ਕੁਟਲ ਗਾਂਠ ਜਬ ਖੁੱਲੈ ਦੇਵ, ਕੁਟਲ ਕਹਿੰਦੇ ਟੇਢੀ ਗੰਢ, ਟੇਢੇ ਤਰੀਕੇ ਨਾਲ ਵੱਜੀ ਹੋਈ ਜਿਹੜੀ ਤੇਰੇ ਅੰਦਰ ਭਰਮ ਦੀ ਗੰਢ ਹੈ ਨਾ, ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਇਸ ਗੰਢ ਨੂੰ ਖੋਲ ਦੇਣਗੇ ਨਾ, ਭਰਮ ਦੇ ਪਰਦੇ ਨੂੰ, ਤਾਂ ਤੇਰੀ ਬੁੱਧੀ ਇਹੋ ਜੀ ਆਤਮ ਵਿਸ਼ੈਣੀ ਹੋ ਜਾਏਗੀ। ਤਬ ਇਹ ਮਤ ਤੇਰੇ ਹਿਰਦੇ 'ਚ ਪੈਦਾ ਹੋਵੇਗੀ ਤੇ ਫਿਰ ਤੂੰ ਸਾਰਿਆਂ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਵੇਖੇਂਗਾ। ਤਬ ਇਹ ਮਤ ਜੋ ਸਭ ਮਹਿ ਪੇਖੈ, ਫਿਰ ਇਹ ਮਤ ਪੈਦਾ ਹੋਵੇਗੀ ਤੇਰੇ ਅੰਦਰ, ਤੂੰ ਸਾਰਿਆਂ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਵਿਆਪਕ ਵੇਖੇਂਗਾ। ਪਰ ਇਹ ਉਦੋਂ ਸੰਭਵ ਹੈ ਜਦੋਂ ਤੇਰੇ ਅੰਦਰੋਂ ਟੇਢੀ ਗੰਢ ਸਤਿਗੁਰੂ ਜੀ ਖੋਲ ਦੇਣ। ਕੁਟਲ ਦਾ ਮਤਲਬ ਹੁੰਦਾ ਟੇਢੀ, ਟੇਢੀ ਗੰਢ ਤੇਰੇ ਅੰਦਰੋਂ ਜਦੋਂ ਸਾਹਿਬ ਜੀ ਨੇ ਖੋਲ ਦਿੱਤੀ, ਜਬ ਖੋਲੈ ਦੇਵ, ਖੋਲ ਦੇਣਗੇ ਦੇਵ ਸਤਿਗੁਰੂ ਜੀ, ਤਾਂ ਫਿਰ ਤੈਨੂੰ ਸਾਰਿਆਂ ਵਿੱਚ ਪ੍ਰਮਾਤਮਾ ਦੀ ਜੋਤ ਨਜ਼ਰ ਆਵੇਗੀ। ਬਸ ਉਹ ਜਿਹੜੀ ਗੰਢ ਵੱਜੀ ਹੋਈ ਨਾ ਅੰਦਰ, ਵਸਦਾ ਤਾਂ ਅੱਜ ਵੀ ਆ ਸਾਰਿਆਂ 'ਚ, ਪਰ ਉਹ ਅੰਦਰ ਵੱਜੀ ਹੋਈ ਟੇਢੀ ਗੰਢ ਕਰਕੇ ਨਜ਼ਰ ਹੀ ਨਹੀਂ ਆਉਂਦਾ। ਜਿਸ ਦਿਨ ਗੁਰੂ ਨੇ ਉਹ ਗੰਢ ਖੋਲ ਦਿੱਤੀ, ਉਸੇ ਦਿਨ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨੂਰ ਦੇ ਦਰਸ਼ਨ ਹੋ ਜਾਣਗੇ ਸਰਬ ਵਿੱਚ, ਸਰਬ ਥਾਈਂ। ਬਸ ਉਹ ਕੜ ਹੈ ਇੱਕ ਅੰਦਰ, ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਨੇ ਕੜ ਤੋੜਿਆ ਨਾ ਬੌਲੀ ਦਾ, ਜਦੋਂ ਕੜ ਟੁੱਟਿਆ ਤਾਂ ਥੱਲਿਓਂ ਫੁਹਾਰੇ ਚਸ਼ਮੇ ਵਹਿ ਟੁਰੇ। ਬਸ ਉਹ ਕੜ ਹੈ ਜਿਹੜਾ ਅੰਦਰ, ਜਿਸ ਦਿਨ ਗੁਰੂ ਨੇ ਕਿਰਪਾ ਕਰਕੇ ਤੋੜ ਦਿੱਤਾ, ਉਸੇ ਦਿਨ ਹੀ ਰੰਗ ਬਣ ਜਾਏਗਾ। ਸਰਬ ਥਾਈਂ ਪ੍ਰਮਾਤਮਾ ਦੀ ਜੋਤ ਵਿਆਪਕ ਹੋ ਕੇ ਨਜ਼ਰੀ ਆਏਗੀ। ਹਾਂਜੀ। ਬਾਰੰਬਾਰ ਮਾਇਆ ਤੀ ਅਟਕੈ, ਲੈ ਨਰਜਾ ਮਨ ਤੋਲੈ ਦੇਵ। ਬਾਰੰਬਾਰ ਮਾਇਆ ਤੇ ਅਟਕੈ ਭਾਈ, ਬਾਰ-ਬਾਰ ਮਾਇਆ ਤੋਂ ਆਪਣੇ ਮਨ ਨੂੰ ਰੋਕ, ਅਟਕੈ ਇਹਨੂੰ ਅਟਕਾ, ਇਹ ਅਟਕ ਜਾਏ। ਇਹ ਭੱਜਿਆ ਫਿਰਦਾ ਮਾਇਆ ਦੀ ਮਮਤਾ ਵਸ ਹੋ ਕੇ, ਮਾਇਆ ਤੋਂ ਬਿਨਾਂ ਇਹਨੂੰ ਕੁਝ ਹੋਰ ਸੁਝਦਾ ਹੀ ਨਹੀਂ, ਰਾਤ ਦਿਨ ਮਾਇਆ ਦਾ ਹੀ ਫੁਰਨਾ ਇਹਦੇ ਅੰਦਰ ਬਣਿਆ ਰਹਿੰਦਾ। ਸੱਜਣਾ ਕਬੀਰ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਆ, ਭਾਈ ਗੁਰਮੁਖੋ ਆਪਣੇ ਹਿਰਦੇ ਦੀ ਇਸ ਮਾਇਆ ਦੀ ਭਟਕਣ ਨੂੰ ਰੋਕੋ, ਕਿ ਮਾਇਆ ਵਾਲੇ ਪਾਸੇ ਜਿਹੜਾ ਇਹ ਮਨ ਮੁੜ ਮੁੜ ਕੇ ਜਾਂਦਾ, ਨੂੰ ਮੋੜ ਮੋੜ ਕੇ ਲਿਆਵੋ। ਜਿਵੇਂ ਕਿਸੇ ਪਸ਼ੂ ਨੂੰ ਸਿੱਧਾ ਟੋਰਨ ਵਾਸਤੇ ਉਹਨੂੰ ਬਾਰ-ਬਾਰ ਫੋੜਨਾ ਪੈਂਦਾ, ਉਹ ਮੂੰਹ ਮਾਰਦਾ ਸੱਜੇ ਖੱਬੇ ਹਰਿਆਲੀ ਵੇਖ ਕੇ, ਫਿਰ ਉਹਨੂੰ ਸਿੱਧਾ ਤੋਰਨਾ ਪੈਂਦਾ। ਇਉਂ ਆਪਣੇ ਇਸ ਮਨ ਨੂੰ ਅਟਕਾਓ, ਰੋਕੋ ਬਾਰ-ਬਾਰ ਮਾਇਆ ਵਾਲੇ ਪਾਸਿਓਂ। ਲੈ ਨਰਜਾ ਮਨ ਤੋਲੈ ਦੇਵ, ਲੈ ਨਰਜਾ, ਨਰਜਾ ਕਹਿੰਦੇ ਨੇ ਤਰਾਜੂ ਨੂੰ, ਤੱਕੜੀ ਨੂੰ, ਕਹਿੰਦੇ ਵਿਚਾਰ ਦੀ ਤੱਕੜੀ ਲੈ ਕੇ ਆਪਣੇ ਇਸ ਮਨ ਨੂੰ ਤੋਲ, ਵੇਖ ਵਿਚਾਰ ਕਰਕੇ ਉਸ ਦੇਵ ਪਾਰ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰ। ਤੱਕੜੀ ਕਿਹੜੀ? ਵਿਚਾਰ ਦੀ ਤੱਕੜੀ ਲੈ ਕੇ। ਨਰਜਾ ਦਾ ਮਤਲਬ ਹੁੰਦਾ ਤੱਕੜੀ, ਲੈ ਨਰਜਾ, ਇਹ ਵਿਚਾਰ ਦੀ ਤੱਕੜੀ ਲੈ ਕੇ। ਆ ਜਿਹੜੀ ਹੁਣ ਆਪਾਂ ਵਿਚਾਰ ਕਰ ਰਹੇ ਹਾਂ, ਵਿਚਾਰ ਦੀ ਤੱਕੜੀ ਹੈ, ਗੁਰਬਾਣੀ ਦੀ ਵਿਚਾਰ, ਗੁਰ ਸ਼ਬਦ ਦੀ ਵਿਚਾਰ। ਤੇ ਵਿਚਾਰ ਕਰਕੇ ਇਹ ਸਮਝ ਕਿ ਤੇਰੇ ਮਨ ਵਿੱਚ ਜਿਹੜੀ ਜੋਤ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਹੈ। ਜੀਵ ਤੇ ਈਸ਼ਵਰ ਦਾ ਭੇਦ ਕੇਵਲ ਉਪਾਧੀ ਕਰਕੇ ਹੈ, ਅੰਦਰ ਚੇਤਨਾ ਦੋਨਾਂ ਵਿੱਚ ਹੀ ਬ੍ਰਹਮ ਦੀ ਹੈ। ਜੀਵ ਬ੍ਰਹਮ ਦੀ ਏਕਤਾ ਦੀ ਵਿਚਾਰ ਕਰ, ਇਹ ਤੱਕੜੀ ਲੈ। ਵਿਚਾਰ ਕਰਕੇ ਤੂੰ ਉਸ ਰਾਮ ਦੀ ਅੰਸ਼ ਹੈ, ਤੂੰ ਉਸ ਰਾਮ ਤੋਂ ਵੱਖਰਾ ਨਹੀਂ ਹੈ, ਉਸੇ ਵਿੱਚ ਹੀ ਤੇਰਾ ਸਵਰੂਪ ਹੈ। ਉਹ ਤੇਰਾ ਸਵਰੂਪ ਹੈ, ਤੂੰ ਉਹਦਾ ਸਵਰੂਪ ਹੈ, ਦੋਨਾਂ 'ਚ ਕੋਈ ਫਰਕ ਨਹੀਂ।
ਇਹ ਵਿਚਾਰ ਰੂਪੀ ਤੱਕੜੀ ਲੈ ਕੇ ਆਪਣੇ ਮਨ ਵਿੱਚ ਤੋਲਣਾ ਕਰ। ਜੈ ਹੋ ਜਾਏ ਤਹੀ ਸੁਖ ਪਾਵੈ, ਮਾਇਆ ਤਾਸ ਨ ਝੋਲੇ ਦੇਵ। ਜਿਹੜਾ ਇਹੋ ਜਿਹਾ ਗੁਰਮੁਖ ਹੈ ਨਾ, ਜਿਹਦੇ ਅੰਦਰ ਇਹ ਵਿਚਾਰ ਚੱਲ ਪਏ, ਜੀਵ ਈਸ਼ ਦਾ ਭੇਦ ਜਿਹਦੇ ਅੰਦਰੋਂ ਖਤਮ ਹੋ ਜਾਏ, ਜਿਹੜਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਦੀ ਅਵਸਥਾ ਦਾ ਧਾਰਨੀ ਹੋ ਜਾਏ, ਫਿਰ ਉਹ ਜਿੱਥੇ ਵੀ ਜਾਂਦਾ ਉੱਥੇ ਹੀ ਸੁੱਖ ਪਾਉਂਦਾ। ਜਿੱਥੇ ਵੀ ਜਾਵੇ ਸੁਖੀ ਹੈ। ਜਹ ਜਾਈਐ ਤਹਾਂ ਸੁਹੇਲੇ, ਜਿੱਥੇ ਜਾਂਦਾ ਫਿਰ ਉੱਥੇ ਹੀ ਸੁਖੀ ਹੈ। ਜਹ ਉਹ ਜਾਏ ਤਹੀਂ ਸੁਖ ਪਾਵੈ, ਸੰਸਾਰ ਦੇ ਕਿਸੇ ਕੋਨੇ 'ਚ ਚਲਾ ਜੋ ਸੁਖੀ। ਮਾਇਆ ਤਾਸ ਨ ਝੋਲੇ ਦੇਵ, ਕਹਿੰਦੇ ਜਿਹੜੇ ਮਾਇਆ ਦੇ ਝੋਲੇ ਨੇ ਨਾ, ਮਾਇਆ ਦੇ ਡਗਡੋਲੇ ਭਾਈ, ਉਹਨੂੰ ਫਿਰ ਡੁਲਾਉਂਦੇ ਨਹੀਂ। ਉਹ ਮਾਇਆ ਦੇ ਝੋਲਿਆਂ ਕਰਕੇ ਝੂਲਦਾ ਨਹੀਂ ਹੈ। ਸੰਸਾਰ ਦੇ ਕਿਸੇ ਕੋਨੇ 'ਚ ਕਿਤੇ ਚਲਾ ਜੇ ਉੱਥੇ ਹੀ ਸੁਖੀ ਰਹਿੰਦਾ। ਉਹਨੂੰ ਮਾਇਆ ਨਹੀਂ ਝੋਲਦੀ, ਜਾਂ ਉਹਨੂੰ ਮਾਇਆ ਦੀ ਝੋਲ ਨਹੀਂ ਵਿਆਪਦੀ। ਇਹੋ ਜੀ ਅਵਸਥਾ ਵਿੱਚ ਉਹ ਗੁਰਮੁਖ ਟਿਕ ਜਾਂਦਾ ਹੈ। ਕਹਿ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ। ਕਬੀਰ ਜੀ ਮਹਾਰਾਜ ਜੀ ਕਹਿੰਦੇ ਮੇਰਾ ਮਨ ਉਸ ਪਰਮੇਸ਼ਰ ਦੀ ਪ੍ਰੀਤ ਵਿੱਚ ਜਦੋਂ ਲੈ ਹੋ ਗਿਆ, ਉਹਦੇ 'ਚ ਅਭੇਦ ਹੋ ਗਿਆ, ਉਹਦੇ ਪ੍ਰੇਮ 'ਚ, ਤਾਂ ਕਬੀਰ ਜੀ ਮਹਾਰਾਜ ਜੀ ਕਹਿੰਦੇ ਫਿਰ ਮੇਰਾ ਮਨ ਉਹਦੇ ਨਾਲ ਮੰਨ ਗਿਆ। ਜਦੋਂ ਉਹਦੇ ਪ੍ਰੇਮ 'ਚ, ਉਹਦੀ ਪ੍ਰੀਤ 'ਚ ਮੇਰਾ ਮਨ ਲੈ ਹੋਇਆ, ਕੀਓ ਲੈ ਦੇਵ, ਉਹਦੇ 'ਚ ਲੈ ਹੋ ਗਿਆ ਪ੍ਰੀਤ 'ਚ, ਤਾਂ ਫਿਰ ਕਬੀਰ ਜੀ ਕਹਿੰਦੇ ਮੇਰਾ ਮਨ ਉਹਦੇ ਨਾਲ ਰਾਮ ਨਾਲ ਮੰਨ ਗਿਆ। ਤੇ ਗੱਲ ਮਨ ਮੰਨੇ ਦੀ ਹੈ। ਜਦੋਂ ਮੰਨ ਗਿਆ ਤੇ ਫਿਰ ਸਭ ਕੁਝ ਪ੍ਰਾਪਤ ਕਰ ਲਿਆ। ਹਾਂਜੀ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਹੁਣ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਣੀ ਰਾਗ ਬਿਲਾਵਲ ਵਿੱਚ ਪ੍ਰਾਰੰਭ ਹੋ ਰਹੀ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਅਦੁੱਤੀ ਹੈ। ਓੰਕਾਰ ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਫਲ ਜਨਮ ਮੋਕੋ ਗੁਰ ਕੀਨਾ। ਮਹਾਰਾਜ ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਮੇਰੇ ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ ਹੈ। ਜਿਹੜੇ ਗੁਰੂ ਵਾਲੇ ਹੋ ਜਾਂਦੇ ਨੇ ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਭਾਈ। ਜਿਹੜੇ ਗੁਰੂ ਵਿਹੋਣੇ ਸੰਸਾਰ ਦੇ ਵਿੱਚ ਜ਼ਿੰਦਗੀ ਸਵਰਗ ਵਿੱਚ ਵਸਾ ਦਿੱਤਾ ਹੈ। ਕੋਈ ਸਾਡੀ ਜ਼ਿੰਦਗੀ ਸੀ, ਕਹਿੰਦੇ ਅਸੀਂ ਕੰਬ ਜਾਂਦੇ ਹਾਂ ਆਪਣੇ ਉਹਨਾਂ ਦਿਨਾਂ ਨੂੰ ਚੇਤੇ ਕਰਕੇ ਜਦੋਂ ਅਸੀਂ ਭੈੜੀਆਂ ਸੰਗਤਾਂ ਵਿੱਚ ਵੱਧ ਫੈਲੀਆਂ ਕਰਦੇ ਸਾਂ। ਯਾਨੀ ਕਿ ਗੁਰੂ ਸਾਹਿਬ ਆਪਣੇ ਸੇਵਕ ਦਾ ਜੀਵਨ ਸਫਲ ਬਣਾ ਦਿੰਦੇ ਹੈ। ਪਿਛਲੇ ਔਗਣ ਨਹੀਂ ਵੇਖਦੇ, ਪਿਛਲੇ ਗੁਨਾਹ ਨਹੀਂ ਵੇਖਦੇ। ਜਦੋਂ ਸ਼ਰਨ 'ਚ ਆ ਗਿਆ ਉਹਦੇ ਸਾਰੇ ਪਿਛਲੇ ਗੁਨਾਹ ਬਖਸ਼ ਕੇ ਉਹਦੀ ਜ਼ਿੰਦਗੀ ਸਫਲੀ ਬਣਾ ਦਿੰਦੇ ਹਨ। ਧੰਨ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਮੇਰੇ ਗੁਰੂ ਨੇ ਮੇਰਾ ਜਨਮ ਸਫਲਾ ਕਰ ਦਿੱਤਾ ਹੈ। ਦੁਖ ਵਿਸਾਰ ਸੁਖ ਅੰਤਰ ਲੀਨਾ। ਮੇਰਾ ਦੁੱਖ ਦੂਰ ਕਰ ਦਿੱਤਾ। ਦੁੱਖ ਵਿਸਾਰ, ਮੇਰੇ ਗੁਰੂ ਨੇ ਮੇਰੇ ਦੁੱਖ ਦੂਰ ਕਰ ਦਿੱਤੇ ਨੇ। ਜਿੰਨੇ ਵੀ ਦੁੱਖ ਸੀ ਸਾਰੇ ਦੂਰ ਕਰ ਦਿੱਤੇ ਨੇ। ਮੇਰਾ ਹਿਰਦਾ ਸੁਖ ਦੇ ਵਿੱਚ ਲੀਨ ਹੋ ਗਿਆ। ਹੁਣ ਉਹ ਸੁਖ ਬਾਹਰੋਂ ਨਹੀਂ, ਸੁਖ ਅੰਤਰ
ਵੈਸੇ ਸੁਖ ਹੈ ਹੀ ਅੰਦਰ, ਬੰਦਾ ਭੁਲੇਖੇ 'ਚ ਹੀ ਬਾਹਰ ਭਾਲਦਾ। ਸੁਖ ਹੈ ਹੀ ਅੰਦਰ। ਕੋਈ ਵਸਤੂ ਪ੍ਰਾਪਤ ਹੋਵੇ ਤੇ ਤੁਹਾਡੇ ਹਿਰਦੇ 'ਚ ਕਿੱਥੇ ਖੁਸ਼ੀ ਹੁੰਦੀ ਹੈ? ਤੁਸੀਂ ਕਿਸੇ ਵਸਤੂ ਨੂੰ ਜਦੋਂ ਬੜੇ ਸ਼ਿੱਦਤ ਨਾਲ ਚਾਹੁੰਦੇ ਹੋ, ਜਦੋਂ ਮਿਲਦੀ ਹੈ, ਉਹ ਸੁੱਖ ਤੁਹਾਨੂੰ ਉਸ ਵਸਤੂ ਵਿੱਚੋਂ ਮਹਿਸੂਸ ਹੁੰਦਾ ਜਾਂ ਤੁਹਾਡੀ ਛਾਤੀ ਦੇ ਵਿੱਚ ਤੁਹਾਨੂੰ ਮਹਿਸੂਸ ਹੁੰਦਾ? ਛਾਤੀ 'ਚ ਮਹਿਸੂਸ ਹੁੰਦਾ ਨਾ, ਇੱਥੇ ਗੁਦਗੁਦੀ ਹੁੰਦੀ ਹੈ, ਖੁਸ਼ੀ ਦਾ ਅਹਿਸਾਸ ਹੁੰਦਾ। ਇਹਦਾ ਮਤਲਬ ਹੈ ਖੁਸ਼ੀ ਉਸ ਵਸਤੂ 'ਚ ਨਹੀਂ ਸੀ, ਅੰਦਰ ਸੀ। ਥੋੜੀ ਜਿਹੀ ਝਲਕ ਦਿਸੀ ਹੈ ਤਾਂ ਹਿਰਦਾ ਖੁਸ਼ ਹੋਇਆ। ਆਤਮ ਗਿਆਨੀ ਮਹਾਪੁਰਸ਼ ਜਦੋਂ ਉਸ ਆਤਮਾ ਦੇ ਆਨੰਦ ਵਿੱਚ ਟਿਕ ਜਾਂਦੇ ਨੇ, ਉਹ ਸदैवी ਸੁੱਖ ਨੂੰ ਮਾਣਨ ਲੱਗ ਪੈਂਦੇ ਹੈ। ਭਗਤ ਨਾਮਦੇਵ ਜੀ ਮਹਾਰਾਜ ਜੀ ਨੇ ਉਸ ਸੁੱਖ ਨੂੰ ਮਾਣਿਆ, ਇਸ ਕਰਕੇ ਕਹਿ ਰਹੇ ਨੇ ਕਿ ਮੈਂ ਆਪਣੇ ਅੰਦਰ ਉਸ ਸੁੱਖ ਨੂੰ ਲੈਣਾ ਸ਼ੁਰੂ ਕਰ ਦਿੱਤਾ। ਮੇਰੇ ਗੁਰੂ ਨੇ ਮੇਰੇ ਦੁੱਖ ਵਿਸਾਰ ਦਿੱਤੇ ਹਨ। ਗਿਆਨ ਅੰਜਨ ਮੋਕੋ ਗੁਰ ਦੀਨਾ, ਮੇਰੇ ਗੁਰੂ ਨੇ ਮੇਰੀਆਂ ਅੱਖਾਂ 'ਚ ਗਿਆਨ ਦਾ ਸੁਰਮਾ ਪਾ ਦਿੱਤਾ। ਗਿਆਨ ਅੰਜਨ, ਗਿਆਨ ਦਾ ਸੁਰਮਾ, ਅਵਿਦਿਆ ਤੇ ਅਗਿਆਨਤਾ ਦੇ ਜਾਲੇ ਨੂੰ ਦੂਰ ਕਰਨ ਲਈ ਗੁਰੂ ਨੇ ਆਪਣੇ ਗਿਆਨ ਦੇ ਮਮੋਲੇ ਨੂੰ ਸਾਡੇ ਨੇਤਰਾਂ 'ਚ ਪਾ ਦਿੱਤਾ। ਇਹ ਮਮੀਰਾ ਹੈ। ਕਹਿੰਦੇ ਮਮੀਰਾ ਅੱਖਾਂ 'ਚ ਪਾਇਆ ਜੇ ਤੇ ਜਾਲਾ ਦੂਰ ਹੋ ਜਾਂਦਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਦਾ ਗਿਆਨ ਇਹ ਐਸਾ ਮਮੀਰਾ ਹੈ ਕਿ ਸਾਡੀਆਂ ਅੱਖਾਂ ਦੇ ਜਾਲੇ ਨੂੰ ਦੂਰ ਕਰਕੇ, ਭਰਮ ਦੇ ਪਰਦੇ ਨੂੰ ਦੂਰ ਕਰਕੇ ਚਾਨਣਾ ਕਰਨ ਵਾਲਾ ਹੈ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਿਨਾਸ਼। ਗਿਆਨ ਦਾ ਸੁਰਮਾ ਜਦੋਂ ਗੁਰੂ ਨੇ ਅੱਖਾਂ 'ਚ ਪਾਇਆ ਤੇ ਅਗਿਆਨਤਾ ਦਾ ਹਨੇਰਾ ਨਾਲ ਹੀ ਬਿਨਸ ਗਿਆ। ਹਾਂਜੀ, ਰਾਮ ਨਾਮ ਬਿਨ ਜੀਵਨ ਮਨ ਹੀਨਾ, ਰਾਮ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਇਹ ਜੀਵਨ ਹੀਣਾ ਕਿਸੇ ਕੰਮ ਦਾ ਨਹੀਂ। ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਜੀਵਨ ਹੀਣਾ ਕਹੀਏ, ਕਿਸੇ ਕੰਮ ਦਾ ਨਹੀਂ। ਹੀਣਾ ਆਪਾਂ ਕਹਿੰਦੇ ਤਾਂ ਬੰਦਾ ਹੀ ਹੀਣਾ, ਕਿਸੇ ਕੰਮ ਦਾ ਨਹੀਂ। ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਉਹਦਾ ਜੀਵਨ ਹੀ ਹੀਣਾ, ਕਿਸੇ ਵੀ ਕੰਮ ਦਾ ਨਹੀਂ, ਉਹਦਾ ਜੀਵਨ ਨਿਸ਼ਫਲ ਹੈ। ਰਹਾਉ ਨਾਮ ਦੇ ਸਿਮਰਨ ਕਰ ਜਾਨਾ। ਭਗਤ ਨਾਮਦੇਵ ਜੀ ਕਹਿੰਦੇ ਮੈਂ ਕੱਲੀਆਂ ਹਵਾ 'ਚ ਗੱਲਾਂ ਨਹੀਂ ਪਿਆ ਕਰਦਾ ਵੀ ਏਦਾਂ ਹੀ ਮੂੰਹ 'ਚੋਂ ਗੱਲਾਂ ਕਰਦਾ ਹੋਵਾਂ ਇਹ ਸਾਰੀਆਂ। ਭਗਤ ਜੀ ਕਹਿੰਦੇ ਮੈਂ ਆਪ ਖੁਦ ਪ੍ਰੈਕਟੀਕਲ ਕਰਕੇ ਵੇਖਿਆ, ਮੈਂ ਆਪ ਸਿਮਰਨ ਕਰਕੇ ਸਭ ਕੁਝ ਜਾਣਿਆ, ਆਪ ਸਿਮਰਨ ਕਰਕੇ ਜਾਣਿਆ। ਵੈਸੇ ਦੱਸਿਆ ਨਹੀਂ ਜਾਂਦਾ ਇਹ ਸਭ ਕੁਝ, ਕਿਹਾ ਨਹੀਂ ਜਾਂਦਾ ਇਹ ਸਭ ਕੁਝ, ਬਿਆਨ ਨਹੀਂ ਹੋ ਸਕਦਾ, ਪਰ ਇਸ ਕਰਕੇ ਬਿਆਨ ਕੀਤਾ ਜਾ ਰਿਹਾ ਕਿ ਤੁਹਾਡੇ ਅੰਦਰ ਜਗਿਆਸਾ ਬਣ ਜਾਏ। ਸੁਣ ਕੇ ਤੁਹਾਡੇ ਅੰਦਰ ਤੀਵਰ ਇੱਛਾ ਜਾਗ ਪਵੇ। ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਆ ਮੈਂ ਹਵਾ 'ਚ ਨਹੀਂ ਪਿਆ ਕਰਦਾ ਇਹ ਬਾਤਾਂ, ਮੈਂ ਖੁਦ ਇਹ ਸਿਮਰਨ ਕਰਕੇ ਜਾਣਿਆ। ਨਾਮ ਦੇ ਸਿਮਰਨ ਕਰ ਜਾਣਾ, ਸਭ ਕੁਝ ਸਿਮਰਨ ਕਰਕੇ ਜਾਣਿਆ ਜਾਣਾ। ਤੁਸੀਂ ਨਿਜਾਪੇ ਨੂੰ ਜਾਣਨਾ ਤਾਂ ਸਿਮਰਨ ਕਰੋ, ਤੁਸੀਂ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਨੂੰ ਜਾਣਨਾ ਤਾਂ ਸਿਮਰਨ ਕਰੋ, ਤੁਸੀਂ ਸਬਰ ਕੀ ਹੈ, ਸੰਤੋਖ ਕੀ ਹੈ, ਦਇਆ ਕੀ ਹੈ, ਖਿਮਾ ਕੀ ਹੈ, ਇਹਨਾਂ ਸ਼ੁਭ ਗੁਣਾਂ ਬਾਰੇ ਜਾਣਨਾ ਤਾਂ ਸਿਮਰਨ ਕਰੋ। ਸਿਮਰਨ ਦੁਆਰਾ ਹੀ ਇਹਨਾਂ ਸਾਰਿਆਂ ਬਾਰੇ ਜਾਣਿਆ ਜਾਣਾ। ਇਸ ਕਰਕੇ ਭਗਤ ਜੀ ਕਹਿੰਦੇ ਮੈਂ ਖੁਦ ਸਿਮਰਨ ਕਰਕੇ ਜਾਣਿਆ ਹੈ। ਜਗ ਜੀਵਨ ਸਿਉ ਜਿਉ ਸਮਾਨਾ, ਜਿਸ ਦਿਨ ਸਿਮਰਨ ਦੀ ਆਰੰਭਤਾ ਕੀਤੀ, ਸਿਮਰਨ ਕਰਦਿਆਂ ਕਰਦਿਆਂ ਜਗਤ ਦਾ ਜੀਵਨ ਅਕਾਲ ਪੁਰਖ ਪਰਮੇਸ਼ਰ ਕਹਿੰਦੇ ਉਹਦੇ ਵਿੱਚ ਮੇਰਾ ਜੀੜਾ ਸਮਾਨਾ ਸਮਾ ਗਿਆ, ਉਹਦੇ ਵਿੱਚ ਮੇਰਾ ਹਿਰਦਾ ਸਮਾ ਕੇ ਅਭੇਦ ਹੋ ਗਿਆ। ਬਿਲਾਵਲ ਬਾਣੀ ਰਵਿਦਾਸ ਭਗਤ ਕੀ, ਮਹਾਰਾਜ ਭਗਤ ਰਵਿਦਾਸ ਜੀ ਦੀ ਬਾਣੀ ਆਰੰਭ ਹੁੰਦੀ। ਇੱਕ ਸ਼ਬਦ ਮਹਾਰਾਜ ਭਗਤ ਨਾਮਦੇਵ ਜੀ ਦਾ ਸੀ ਰਾਗ ਬਿਲਾਵਲ 'ਚ। ਹੁਣ ਅੱਗੇ ਮਹਾਰਾਜ ਭਗਤ ਰਵਿਦਾਸ ਜੀ ਮਹਾਰਾਜ, ਦੋ ਸ਼ਬਦ ਭਗਤ ਰਵਿਦਾਸ ਜੀ ਦੇ ਰਾਗ ਬਿਲਾਵਲ 'ਚ।
ਤੇ ਇੱਕ ਸ਼ਬਦ ਮਹਾਰਾਜ ਭਗਤ ਸਧਨਾ ਜੀ ਦਾ ਹੈ। ਤੋ ਭਗਤ ਰਵਿਦਾਸ ਜੀ ਦੀ ਬਾਣੀ ਪ੍ਰਾਰੰਭ ਹੁੰਦੀ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਭਗਤ ਰਵਿਦਾਸ ਜੀ ਦੀ ਬਾਣੀ ਆਰੰਭ ਹੋ ਰਹੀ ਹੈ ਰਾਗ ਬਿਲਾਵਲ ਚ, ਇਸ ਕਰਕੇ ਪਹਿਲਾਂ ਮੰਗਲਾਚਰਨ ਕੀਤਾ ਹੈ। ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਓੰਕਾਰ ਜੋ ਸਭ ਦਾ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਸੰਘਾਰਨੇ ਵਾਲਾ ਹੈ। ਤ੍ਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਦਾਦਰ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਪਰਮੇਸ਼ਰ ਅੱਗੇ ਬੇਨਤੀ ਕਰ ਰਹੇ ਨੇ ਅਕਾਲ ਪੁਰਖ ਦੇ, ਹੇ ਪ੍ਰਭੂ ਮੈਂ ਕੈਸਾ ਸੀ ਪਹਿਲੋਂ, ਦਾਰਦ ਦੇਖ ਸਭ ਕੋ ਹਸੈ। ਮੇਰਾ ਦਲਿੱਦਰ ਵੇਖ ਕੇ ਨਾ, ਮੇਰੀ ਗਰੀਬੀ ਵੇਖ ਕੇ, ਮੇਰੀ ਹਾਲਤ ਵੇਖ ਕੇ ਸਭ ਹੱਸਦੇ ਸੀ। ਦਾਰਦ ਦੇਖ ਸਭ ਕੋ ਹਸੈ, ਸਭ ਹੱਸਦੇ ਸੀ, ਮਖੌਲ ਉਡਾਉਂਦੇ ਸੀ ਲੋਕ। ਅਕਸਰ ਜਿਹੜਾ ਬੰਦਾ ਦਲਿੱਦਰੀ ਹੈ, ਦਲਿੱਦਰੀ ਦਾ ਮਤਲਬ ਉਹੀ ਨਹੀਂ ਹੁੰਦਾ ਜਿਹੜਾ ਆਲਸੀ ਹੋਵੇ। ਦਲਿੱਦਰੀ ਜਿਹੜਾ ਗਰੀਬ ਹੈ, ਕੰਗਲਾ ਹੈ। ਜਿਵੇਂ ਕਹਾਵਤ ਹੈ ਨਾ ਵੀ ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ, ਉਹ ਹਾਲਾਤ ਨੇ ਸਮਾਜ ਦੇ। ਕੋਈ ਦਾਰਦ ਹੈ, ਦੁਖੀ ਹੈ, ਲੋਕ ਵੇਖ ਕੇ ਉਹਦੇ ਤੇ ਤਰਸ ਨਹੀਂ ਕਰਦੇ, ਸਗੋਂ ਹੱਸਦੇ ਹੈ। ਕੋਈ ਬੰਦਾ ਚਲਦਾ ਚਲਦਾ ਸਾਡੇ ਸਾਹਮਣੇ ਡਿੱਗ ਪਏ, ਮੇਰਾ ਖਿਆਲ ਹੋਵੇਗਾ ਵੀ ਉਸ ਡਿੱਗੇ ਹੋਏ ਮਨੁੱਖ ਦੇ ਉੱਤੇ ਤਰਸ ਕਰਨ ਵਾਲਾ ਸ਼ਾਇਦ ਕੋਈ ਇੱਕ ਅੱਧਾ ਹੋਵੇ, 99 ਬੰਦੇ ਹੱਸਣਗੇ ਵੀ ਡਿੱਗ ਗਿਆ। ਕੋਈ ਇੱਕ ਅੱਧਾ ਹੀ ਹੋਵੇਗਾ ਵੀ ਕਿਤੇ ਡਿੱਗ ਪਿਆ, ਸੱਟ ਨਾ ਲੱਗੀ ਹੋਵੇ, ਉਹ ਸੋਚੇ, ਨਹੀਂ ਤਾਂ ਸਾਰਿਆਂ ਦਾ ਹਾਸਾ ਨਿਕਲ ਪੈਂਦਾ। ਇਹ ਹੈ ਮਾਨਸਿਕਤਾ ਮਨੁੱਖਾਂ ਦੀ, ਸਾਡੇ ਸਮਾਜ ਦੀ। ਇੱਥੇ ਡਿੱਗਿਆਂ ਹੋਇਆਂ ਨੂੰ ਚੁੱਕਣ ਦੀ ਬਜਾਏ ਉਹਨਾਂ ਤੇ ਹੱਸਿਆ ਜਾਂਦਾ। ਮਹਾਰਾਜ ਭਗਤ ਰਵਿਦਾਸ ਜੀ ਖੁਦ ਆਪਣੀ ਦਸ਼ਾ ਦੱਸ ਰਹੇ ਨੇ ਵੀ ਮੈਂ ਇਹੋ ਜੀ ਦਸ਼ਾ ਚੋਂ ਨਿਕਲਿਆ। ਹੇ ਮੇਰੇ ਰੱਬ ਜੀ, ਮੈਂ ਇਹੋ ਜਿਹੇ ਹਾਲਾਤਾਂ ਚੋਂ ਨਿਕਲਿਆ ਕਿ ਮੇਰਾ ਦਾਰਦ ਵੇਖ ਕੇ ਸਭ ਹੱਸਦੇ ਸੀ, ਪਾਸਾ ਵੱਟ ਲੈਂਦੇ ਸੀ। ਇਹੋ ਜਿਹੇ ਆਲਮਾਂ ਦੇ ਵਿੱਚੋਂ ਗੁਜ਼ਰਿਆ ਕਿ ਰਿਸ਼ਤੇਦਾਰ ਸਰਬੰਧੀ ਮੁੱਖ ਮੋੜ ਲੈਂਦੇ ਸਨ, ਕਿਤੇ ਕੋਈ ਮੰਗ ਨਾ ਲਵੇ। ਸਭ ਹੱਸਦੇ ਸਨ, ਐਸੀ ਦਸ਼ਾ ਹਮਾਰੀ। ਹੇ ਪ੍ਰਭੂ, ਇਹੋ ਜੀ ਸਾਡੀ ਦਸ਼ਾ ਸੀ, ਇਹੋ ਜੀ ਸਾਡੀ ਹਾਲਤ ਸੀ। ਪਰ ਹਾਂ, ਹੁਣ ਦੱਸਦੇ ਨੇ, ਹਾਂਜੀ, ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਾਰੀ। ਤੇ ਅੱਜ 18 ਸਿੱਧੀਆਂ ਮੇਰੀਆਂ ਹੱਥ ਦੀਆਂ ਤਲੀਆਂ ਤੇ ਪਈਆਂ ਹੋਈਆਂ ਨੇ। ਹੇ ਦਾਤਿਆ, ਇਹ ਸਭ ਤੇਰੀ ਕਿਰਪਾ ਹੈ। ਆਖੋ ਸਤਨਾਮ ਸ੍ਰੀ। ਕਦੇ ਸੀ ਐਸਾ ਮੈਂ ਕਿ ਮੇਰੀ ਦਲਿੱਦਰੀ ਵੇਖ ਕੇ, ਮੇਰੀ ਗਰੀਬੀ ਤੇ ਕੰਗਾਲੀ ਵੇਖ ਕੇ ਲੋਕ ਹੱਸਦੇ ਸੀ। ਇਹੋ ਜੀ ਮੇਰੀ ਦਸ਼ਾ ਸੀ। ਤੇ ਅੱਜ ਮੇਰੀ ਤਲੀ ਦੇ ਉੱਤੇ 18 ਸਿੱਧੀਆਂ ਪਈਆਂ ਨੇ। ਅਸ਼ਟ ਦਸ਼ਾ ਸਿੱਧ, ਅਸ਼ਟ ਤੇ 10, 18 ਸਿੱਧੀਆਂ ਮੇਰੇ ਹੱਥ ਦੇ ਕਰ ਤਲਾ, ਮੇਰੇ ਹੱਥ ਦੀ ਤਲੀ ਉੱਤੇ ਨੇ। ਤੇ ਮੈਂ ਇਹ ਨਹੀਂ ਕਹਿੰਦਾ ਵੀ ਇਹ ਮੇਰੀ ਘਾਲਣਾ ਹੈ, ਮੈਂ ਇਹ ਨਹੀਂ ਕਹਿੰਦਾ ਵੀ ਇਹ ਮੇਰੀ ਮਿਹਨਤ ਹੈ, ਮੈਂ ਇਹ ਨਹੀਂ ਕਹਿੰਦਾ ਵੀ ਇਹ ਮੇਰੀ ਤਪੱਸਿਆ ਹੈ। ਹੇ ਪ੍ਰਭੂ, ਮੈਂ ਫਿਰ ਵੀ ਇਹ ਕਹਿਣਾ, ਇਹ ਤੇਰੀ ਕਿਰਪਾ ਹੈ, ਤੇਰੀ ਕਿਰਪਾ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਮਹਾਰਾਜ, ਇਹ ਤੁਹਾਡੀ ਦਇਆ, ਇਹ ਤੁਹਾਡੀ ਕਿਰਪਾ ਹੈ। ਤੁਹਾਡੀ ਕਿਰਪਾ ਨਾਲ ਅੱਜ ਮੇਰੇ ਕੋਲ 18 ਸਿੱਧੀਆਂ ਹਨ, ਨਹੀਂ ਤਾਂ ਕਿਤੇ ਐਸਾ ਸੀ ਲੋਕ ਹੱਸਦੇ ਸੀ, ਮੇਰਾ ਦਰਦ ਵੇਖ ਕੇ ਹੱਸਦੇ ਸੀ। ਹਾਂਜੀ, ਤੂੰ ਜਾਣਤ ਮੈਂ ਕਿਛ ਨਹੀਂ, ਭਵ ਖੰਡਨ ਰਾਮ। ਕਿਤਨੀ ਵਿਨਿਮਰਤਾ ਮਹਾਰਾਜ ਭਗਤ ਰਵਿਦਾਸ ਜੀ। ਕਿਤੇ ਕਿਣਕਾ ਮਾਤਰ ਸਾਡੇ ਹਿਰਦੇ 'ਚ ਨਿਮਰਤਾ ਆ ਜਾਵੇ, ਸਿਰਫ ਕਿਣਕਾ। ਮਹਾਰਾਜ ਭਗਤ ਜੀ ਤਾਂ ਸਮੁੰਦਰ ਨੇ, ਉਸ ਸਮੁੰਦਰ 'ਚੋਂ ਕਿਣਕਾ ਹੀ ਮਿਲ ਜੇ ਨਿਮਰਤਾ ਦਾ, ਹਲੀਮੀ ਦਾ।
ਲੋਕ ਕਹਿ ਰਹੇ ਨੇ ਕਿ ਭਗਤ ਰਵਿਦਾਸ ਜੀ ਕੋਲ 18 ਸਿੱਧੀਆਂ ਨੇ। ਲੋਕ ਕਹਿ ਰਹੇ ਨੇ ਬੜੇ ਮਹਾਨ ਭਗਤ ਨੇ। ਭਗਤ ਰਵਿਦਾਸ ਜੀ ਕਹਿ ਰਹੇ ਨੇ, ਕਹਿੰਦੇ ਦੁਨੀਆ ਬਹੁਤ ਕੁਝ ਕਹਿ ਰਹੀ ਹੈ ਮੇਰੇ ਬਾਰੇ, ਪਰ ਮੈਂ ਜਿਹੋ ਜਿਹਾ ਹਾਂ ਉਹ ਤੂੰ ਜਾਣਦਾ ਮੈਂ ਕਿੰਨੇ ਕੁ ਪਾਣੀ ਵਿੱਚ ਆ। ਆਖੋ ਸਤਿਨਾਮ ਸ੍ਰੀ। ਮਹਾਰਾਜ ਜੀ ਮੈਂ ਜੋ ਹਾਂ ਉਹ ਤੁਸੀਂ ਤਾਂ ਜਾਣਦੇ ਹੋ ਨਾ। ਦੁਨੀਆ ਵਿੱਚ ਭਾਵੇਂ ਮੈਂ ਬਹੁਤ ਸਿਆਣਾ ਬਣਿਆ ਹੋਵਾਂ, ਪਰ ਇਹ ਮੇਰੇ ਕੋਲ ਜੋ ਕੁਝ ਹੈ ਉਹ ਤੇਰਾ ਦਿੱਤਾ ਹੋਇਆ ਤੇ ਤੂੰ ਜਾਣਦਾ ਨਾ। ਦੁਨੀਆ ਕਹਿੰਦੀ ਹੈ ਰਵਿਦਾਸ ਦਾ, ਪਰ ਪਾਤਸ਼ਾਹ ਤੂੰ ਜਾਣਦਾ ਵੀ ਮੈਂ ਕਿਛ ਨਹੀਂ, ਮੈਂ ਤਾਂ ਕੁਝ ਵੀ ਨਹੀਂ। ਭਾਵ ਖੰਡਨ ਰਾਮ। ਮਹਾਰਾਜ ਤੁਸੀਂ ਸਾਡਾ ਜਨਮ ਮਰਨ ਕੱਟਣੇ ਵਾਲੇ ਹੋ। ਹੇ ਭਵ ਖੰਡਨ ਸੁਆਮੀ, ਮੈਂ ਜੈਸਾ ਹਾਂ ਉਹ ਤੁਸੀਂ ਜਾਣਦੇ ਹੋ ਕਿ ਮੈਂ ਕੁਝ ਵੀ ਨਹੀਂ। ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ। ਮਹਾਰਾਜ ਸਾਰੇ ਸੰਸਾਰ ਦੇ ਜੀ ਤੇਰੀ ਸ਼ਰਨ ਵਿੱਚ ਹਨ। ਹੇ ਪ੍ਰਭੂ ਜਿਹੜੇ ਜਿਹੜੇ ਤੇਰੀ ਸ਼ਰਨ ਵਿੱਚ ਨੇ ਤੂੰ ਨਾ ਸਾਰਿਆਂ ਦੀ ਕਾਮਨਾ ਪੂਰੀ ਕਰਨ ਵਾਲਾ ਹੈ। ਪ੍ਰਭ ਪੂਰਨ ਕਾਮ। ਜਿਹੜੇ ਤੇਰੀ ਪਨਾਹ ਵਿੱਚ ਨੇ, ਜਿਹੜੇ ਤੇਰੀ ਸ਼ਰਨ ਵਿੱਚ ਨੇ ਮਹਾਰਾਜ, ਉਹਨਾਂ ਦੇ ਸਾਰਿਆਂ ਦੇ ਕਾਮ ਕਹੀਏ ਕਾਮਨਾਵਾਂ ਇੱਛਾਵਾਂ ਤੂੰ ਪੂਰੀਆਂ ਕਰਨ ਵਾਲਾ ਇੱਛਾ ਪੂਰਕ ਹੈ। ਰਹਾਉ ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ। ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ, ਹੇ ਪ੍ਰਭੂ ਜਿਹੜੇ ਤੇਰੀ ਸ਼ਰਨ ਵਿੱਚ ਹਨ, ਸ਼ਰਨਾਗਤਾ ਜਿਹੜੇ ਤੇਰੀ ਸ਼ਰਨ ਵਿੱਚ ਨੇ, ਤਿਨ ਨਾਹੀ ਭਾਰ, ਉਹਨਾਂ ਨੂੰ ਪਾਪਾਂ ਦਾ ਭਾਰ ਨਹੀਂ ਵਿਆਪਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਤੇਰੀ ਸ਼ਰਨ ਚ ਨੇ ਉਹਨਾਂ ਨੂੰ ਪਾਪਾਂ ਦਾ ਭਾਰ ਨਹੀਂ ਵਿਆਪਦਾ, ਯਾਨੀ ਕਿ ਉਹ ਪਾਪਾਂ ਚ ਪ੍ਰਵਿਰਤੀ ਨਹੀਂ ਹੁੰਦੇ। ਇੱਥੇ ਭਾਰ ਦਾ ਅਰਥ ਕਰਾਂਗੇ ਪਾਪ ਕਰਮ। ਉਹਨਾਂ ਨੂੰ ਪਾਪ ਕਰਮਾਂ ਦਾ ਭਾਰ ਨਹੀਂ, ਯਾਨੀ ਕਿ ਉਹ ਪਾਪ ਕਰਦੇ ਹੀ ਨਹੀਂ। ਹੇ ਪ੍ਰਭੂ ਜਿਹੜੇ ਤੇਰੀ ਸ਼ਰਨ ਵਿੱਚ ਨੇ, ਤੇਰੀ ਪਨਾਹ ਵਿੱਚ ਨੇ, ਹੇ ਆਲਮ ਪਨਾਹ, ਜਿਹੜੇ ਤੇਰੀ ਪਨਾਹ ਵਿੱਚ ਨੇ, ਤੇਰੀ ਸ਼ਰਨ ਵਿੱਚ ਨੇ, ਉਹਨਾਂ ਨੂੰ ਮੌਤ ਦਾ, ਜਨਮ ਮਰਨ ਦਾ, ਪਾਪ ਕਰਮਾਂ ਦਾ ਭਾਰ ਨਹੀਂ ਵਿਆਪਦਾ। ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਆਲਜ ਦਾ ਅਰਥ ਮਹਾਂਪੁਰਸ਼ਾਂ ਨੇ ਬੰਧਨ ਵੀ ਕੀਤਾ, ਵੀ ਜਿਵੇਂ ਸੰਸਾਰ ਦੇ ਬੰਧਨ ਹੁੰਦੇ ਆ। ਤੇ ਆਲਜ ਦਾ ਅਰਥ ਆਲਜ ਨਿਰਲੱਜ ਵੀ ਅਰਥ ਕੀਤਾ ਇਹਦਾ। ਹੇ ਪ੍ਰਭੂ ਊਚ ਨੀਚ ਤੁਮ ਤੇ ਤਰੇ, ਚਾਹੇ ਕੋਈ ਉੱਚਾ ਚਾਹੇ ਕੋਈ ਨੀਚ ਕਿਹਾ ਜਾਂਦਾ ਸੀ, ਸਭ ਤੂੰ ਦਇਆ ਕਰਕੇ ਤਰਸ ਕਰਕੇ ਸੰਸਾਰ ਦੇ ਨਾ ਸਾਰੇ ਬੰਧਨਾਂ ਤੋਂ ਉਹਨਾਂ ਨੂੰ ਤਾਰ ਦਿੱਤਾ ਹੈ। ਸਭ ਨੇ ਜਿਨ੍ਹਾਂ ਜਿਨ੍ਹਾਂ ਨੇ ਤੇਰਾ ਆਸਰਾ ਲਿਆ ਉਹ ਤਰ ਗਏ ਨੇ, ਜਿਨ੍ਹਾਂ ਜਿਨ੍ਹਾਂ ਵੀ ਤੇਰੀ ਓਟ ਲਈ ਉਹ ਤਰ ਗਏ, ਭਾਵੇਂ ਉੱਚੇ ਸਨ, ਭਾਵੇਂ ਨੀਵੇਂ ਸਨ, ਭਾਵੇਂ ਨਿਰਲੱਜ ਸਨ, ਭਾਵੇਂ ਸੰਸਾਰ ਦੇ ਬੰਧਨਾਂ 'ਚ ਫਸੇ ਸਨ। ਜਿਨ੍ਹਾਂ ਜਿਨ੍ਹਾਂ ਤੇਰਾ ਆਸਰਾ ਲਿਆ ਉਹ ਤਰ ਗਏ। ਕਹਿ ਰਵਿਦਾਸ ਅਕਤ ਕਥਾ ਬਹੁ ਕਾਹੇ ਕਰੀਜੈ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ, ਹੈ ਪ੍ਰਭੂ ਤੇਰੀ ਕਥਾ ਕਥ ਹੈ, ਬਹੁ ਕਾਹੇ ਕਰੀਜੈ। ਕਹਿੰਦੇ ਹੋਰ ਬਹੁਤਾ ਕੀ ਕਹੀਏ, ਕੀ ਬਹੁਤੀ ਕਥਾ ਕਰੀਏ। ਮਹਾਰਾਜ ਤੂੰ ਅਕਥ ਹੈ, ਤੂੰ ਕਥਨ ਵਿੱਚ ਨਹੀਂ ਆਉਂਦਾ। ਕਥ ਕਥ ਕੇ ਵੀ ਕਥਾਕਾਰ ਕਹਿੰਦੇ ਆ, ਹੇ ਪ੍ਰਭੂ ਤੂੰ ਅਕਥ ਹੈ, ਤੂੰ ਕਥਨ ਵਿੱਚ ਨਹੀਂ ਆਉਂਦਾ। ਕੀ ਬਹੁਤੀ ਕਥਾ ਕਹੀਏ, ਤੂੰ ਵਿਸਮਾਦ ਹੈ, ਤੂੰ ਅਸਚਰਜ ਹੈ, ਤੂੰ ਪਰੇ ਤੋਂ ਪਰੇ ਹੈ। ਹਾਂਜੀ। ਜੈਸਾ ਤੂੰ ਤੈਸਾ ਤੁਹੇ ਕਿਆ ਉਪਮਾ ਦੀਜੈ। ਖਾਲਸਾ ਜੀ ਜੇ ਕੋਈ ਕਹੇ ਜੇ ਪ੍ਰਮਾਤਮਾ ਕਥ ਹੈ ਤੇ ਫਿਰ ਇਹ ਕਥਾ ਕਿਉਂ ਹੁੰਦੀ? ਇਹਦੇ ਬਾਰੇ ਦੱਸਦੇ ਆ ਮਹਾਂਪੁਰਸ਼, ਇਹਨੂੰ ਸਾਖਾ ਨਿਆਏ ਕਹਿੰਦੇ ਆ। ਸਾਖਾ ਨਿਆਏ। ਦੂਜ ਦਾ ਚੰਦਰਮਾ ਹੁੰਦਾ ਨਾ ਆਕਾਸ਼ ਵਿੱਚ, ਬਹੁਤ ਬਰੀਕ ਹੁੰਦਾ, ਸੂਖਮ ਹੁੰਦਾ, ਨਜ਼ਰ ਨਹੀਂ ਆਉਂਦਾ ਕਈ ਵਾਰੀ। ਉਹਦੇ ਲਈ ਕੀ ਕਰਦੇ ਆ, ਪਹਿਲਾਂ ਇੱਕ ਦਰਖਤ ਵਿਖਾਉਂਦੇ ਆ,
ਪਹਿਲਾਂ ਦਰਖਤ ਦਾ ਤਣਾ, ਕਹਿੰਦੇ ਉਹ ਵੇਖ ਦਰਖਤ ਦਾ ਤਣਾ ਦਿਸਦਾ? ਕਹਿੰਦਾ ਹਾਂ। ਕਹਿੰਦਾ ਥੋੜਾ ਜਿਹਾ ਹੋਰ ਉੱਤੇ ਚੱਲ, ਕੀ ਦਿਸਦਾ? ਕਹਿੰਦਾ ਟਹਿਣੀਆਂ ਨੇ। ਥੋੜਾ ਜਿਹਾ ਹੋਰ ਉੱਤੇ ਚੱਲ, ਕਹਿੰਦਾ ਪੱਤੇ ਨੇ। ਥੋੜਾ ਜਿਹਾ ਹੋਰ ਸਿਖਰ ਤੇ ਚੱਲ, ਸਿਖਰ ਤੇ ਜਦੋਂ ਪੱਤੇ, ਟਹਿਣੀਆਂ, ਫੁੱਲ, ਫਲ ਸਭ ਕੁਝ ਵੇਖ ਲੈਂਦਾ, ਫਿਰ ਉਸ ਦਰਖਤ ਤੋਂ ਕਹਿੰਦਾ ਹੁਣ ਬਿਲਕੁਲ ਸਿੱਧਾ ਉੱਪਰ ਆਕਾਸ਼ ਵੱਲ ਵੇਖ, ਕੁਝ ਦਿਸਿਆ? ਕਹਿੰਦਾ ਹਾਂ ਚੰਦਰਮਾ ਦਿਸ ਰਿਹਾ। ਵਿਖਾਣਾ ਤਾਂ ਚੰਦਰਮਾ ਸੀ, ਬਾਕੀ ਉਹ ਦਰਖਤ ਦੀ ਤਾਂ ਕੇਵਲ ਨਿਗਾਹ ਬਣਾਣੀ ਸੀ, ਵੇਖਣ ਦਾ ਦ੍ਰਿਸ਼ਟੀਕੋਣ ਬਣਾਉਣਾ ਸੀ। ਇਹ ਜਿਹੜੀ ਕਥਾ ਹੈ ਨਾ, ਬਸ ਉਸੇ ਦਰਖਤ ਦਾ ਸਰੂਪ ਵਰਣਨ ਹੋ ਰਿਹਾ, ਦ੍ਰਿਸ਼ਟੀਕੋਣ ਬਣਾਇਆ ਜਾ ਰਿਹਾ। ਵੇਖਣਾ ਤਾਂ ਉਹ ਦੂਜ ਦਾ ਚੰਦਰਮਾ ਅਕਾਲ ਪੁਰਖ ਪਰਮੇਸ਼ਰ ਹੈ। ਜਿਸ ਦਿਨ ਉਹਨੂੰ ਵੇਖ ਲਿਆ, ਉਸ ਦਿਨ ਫਿਰ ਇਹ ਦਰਖਤ ਵੇਖਣ ਦੀ ਲੋੜ ਨਹੀਂ ਰਹਿ ਜਾਣੀ, ਫਿਰ ਅਕਥ ਕਥਾ ਦੀ ਖੇਡ ਬਣ ਜਾਂਦੀ ਹੈ। ਤੋ ਮਹਾਰਾਜ ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਕਹਿੰਦੇ ਅਕਥ ਕਥਾ ਹੁਣ ਕੀ ਕਹੀਏ? ਹਾਂਜੀ, ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ। हे ਪ੍ਰਭੂ ਤੂੰ ਜੈਸਾ ਹੈ ਤੈਸਾ ਹੀ ਹੈ ਤੂੰ, ਤੇਰੇ ਬਾਰੇ ਕੀ ਉਪਮਾ ਦਈਏ ਵੀ ਤੂੰ ਕਿਹੋ ਜਿਹਾ? ਕਿਸੇ ਦੇ ਰੰਗ ਦੀ ਉਪਮਾ ਦੇਣੀ ਹੋਵੇ, ਕਹਿੰਦੇ ਦੁੱਧ ਵਰਗਾ ਚਿੱਟਾ। ਕਿਸੇ ਦਾ ਚਿੰਤਾ ਨਾਲ ਚਿਹਰਾ ਪੀਲਾ ਪਿਆ ਹੋਵੇ, ਆਪਾਂ ਕਹਿੰਦੇ ਆ ਵੀ ਵੇਖੋ ਜਰਦਰੂ ਹੋਇਆ ਫਿਰਦਾ। ਉਪਮਾ ਦੇ ਦਿੱਤੀ ਨਾ। ਪਰ ਪ੍ਰਮਾਤਮਾ ਵਰਗਾ ਕੋਈ ਦੂਜਾ ਪ੍ਰਮਾਤਮਾ ਹੈ ਹੀ ਨਹੀਂ, ਤੇ ਉਪਮਾ ਕੀ ਦਈਏ? ਵਾਹਿਗੁਰੂ ਤੂੰ ਕਿਹੋ ਜਿਹਾ, ਕਿਆ ਉਪਮਾ ਦੀਜਾ? ਇਸ ਕਰਕੇ ਭੱਟਾਂ ਨੂੰ ਕਹਿਣਾ ਪਿਆ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਾਨਿਆ। ਮਹਾਰਾਜ ਕੀ ਉਪਮਾ ਦਈਏ? ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਤੇ ਸੁਣਿਆ ਸਾਹਿਬ ਜੀ ਥਾਏ ਪਾਵਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ 14 ਜੂਨ ਤੋਂ ਲੈ ਕੇ 20 ਜੂਨ ਤੱਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਛੋਟੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲੱਗ ਰਿਹਾ ਹੈ। ਤਕਰੀਬਨ 7 ਦਿਨਾਂ ਦਾ ਇਹ ਕੈਂਪ ਹੋਵੇਗਾ। ਛੁੱਟੀਆਂ ਦੇ ਦਿਨ ਹਨ। ਆਪ ਜੀ ਆਪਣੇ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕਰਵਾ ਕੇ ਜੋ ਗੁਰਸਿੱਖੀ ਦੀ ਬੇਸਿਕ ਜਾਣਕਾਰੀ ਹੈ ਉਹਦੇ ਬਾਰੇ ਬੱਚਿਆਂ ਨੂੰ ਸੁਸਿੱਖਿਅਤ ਕਰੀਏ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜਿਨ੍ਹਾਂ ਨੇ ਵੀ ਆਪਣੇ ਬੱਚਿਆਂ ਨੂੰ ਇਸ ਗੁਰਮਤਿ ਸਿਖਲਾਈ ਕੈਂਪ ਦੇ ਵਿੱਚ ਹਾਜ਼ਰੀ ਭਰਵਾਉਣੀ ਹੈ, ਉਹ ਹੈੱਡ ਗ੍ਰੰਥੀ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਨਾਮ ਤੇ ਉਮਰ ਲਿਖਾ ਦੇਣ, ਨਾਲ ਆਪਣੇ ਮੋਬਾਈਲ ਨੰਬਰ ਲਿਖਾਏ ਜਾਣ, ਤਾਂ ਜੋ ਉਹਨਾਂ ਬੱਚਿਆਂ ਵਾਸਤੇ ਪੂਰਾ ਸਹੀ ਪ੍ਰਬੰਧ, ਜਿਹੜੇ ਬੱਚੇ ਬਾਹਰੋਂ ਆਉਣਗੇ ਉਹਨਾਂ ਦੇ ਇੱਥੇ ਰਿਹਾਇਸ਼ ਦਾ ਵੀ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਕੀਤਾ ਜਾਵੇਗਾ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ।